पंजाब च कानून व्यवस्था के जिस तरीके के हालात बने ने पंजाबियों की जान वैसे ही खतरे में लगती है। पर पंजाब के लोग अजकल ये ज़्यादा सोच रहे ने किते जेकर गलती नाल पुलिस सुरक्षा लै लई तां किते आई तो पहला ही ना मर जाइए। तुसीं देख रहे हो तो खबरसार ते मैं तुहाडे नाल ठाकुर अमनदीप सिंह। पंजाब के लॉ एंड ऑर्डर नूं लैके ते होर मसलिਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ मौजूद ने पोलिटिकल एनालिस्ट सुखविंदर सिंह दुआबी जी। भाजी बहुत स्वागत है तुहाडा। बहुत बहुत धन्यवाद ठाकुर जी तुहाडा। भाजी बहुत स्वागत है। भाजी पहला सुधीर सूरी फिर डेरा प्रेमी प्रदीप ते हुण नौजवान कपड़ा व्यापारी नकोदर दे विच जिस तरीके नाल पुलिस सुरक्षा विच मारिया जाता है, किवें देखते हो? लॉ एंड ऑर्डर पंजाब दा ठीक है, सरकार तां कहंदी है बहुत वधिया है। देखो कहंदे ना बड़ी पंजाबी दी कहावत है, पंजाब दे जम्मिਆਂ ਨੂੰ ਨਿਤ ਮੁਹਿੰਮਾਂ। ਜਦੋਂ ਦਾ ਅਸੀਂ ਇਤਿਹਾਸ ਜਿਹੜਾ ਮਾਡਰਨ ਇਤਿਹਾਸ ਬਣਿਆ ਆ, ਪੰਜਾਬੀਆਂ ਨੇ ਹਮੇਸ਼ਾ ਹੀ ਸੰਤਾਪ ਹੰਡਾਇਆ। ਚਾਹੇ ਬਾਹਰੋਂ ਧਾੜਵੀ ਆਏ ਆ, ਖੈਬਰ ਪਾਸ ਕਰਕੇ ਆਏ ਆ, ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਗੰਦ ਮਚਾਇਆ, ਲੋਕਾਂ ਨੂੰ ਮਾਰਿਆ, ਕੁੱਟਿਆ, ਲੁੱਟਿਆ, ਸਾਰਾ ਕੁਝ ਕੀਤਾ। ਮਤਲਬ ਅਸੀਂ ਜੇ ਪਿਛਲਾ ਇਤਿਹਾਸ ਦੇਖੀਏ 100 ਸਾਲ ਦਾ, 200 ਸਾਲ ਦਾ, 500 ਸਾਲ ਦਾ, ਤੇ ਕਦੇ ਵੀ ਬਹੁਤ ਲੰਬਾ ਯੁੱਗ ਪੰਜਾਬੀਆਂ ਨੇ ਸ਼ਾਂਤੀ ਵਾਲਾ ਹੰਡਾਇਆ ਨਹੀਂ ਹੈ। ਇਹ ਕਾਰਨ ਕੀ ਹੈ? ਤਾਂ ਰੱਬ ਹੀ ਜਾਣਦਾ ਜਾਂ ਕੁਝ ਬੰਦੇ ਹੋਰ ਜਿਹੜੇ ਬੰਦੇ ਕੁਝ ਕਰਦੇ ਉਹ ਜਾਣਦੇ ਆ। ਇਹ ਜਿਹੜੇ ਕਤਲ ਹੋਏ ਆ, ਚਾਹੇ ਸਿਆਸੀ ਕਤਲ ਆ, ਚਾਹੇ ਕਿਸੇ ਵੀ ਕਾਨੂੰਨ ਦੀ ਵਿਵਸਥਾ ਜਿਹੜੀ ਵਿਗੜੀ ਉਹਦੇ ਕਰਕੇ ਹੋਏ ਆ, ਇਹ ਬੜੇ ਮੰਦਭਾਗੇ ਆ। ਜਿਨ੍ਹਾਂ ਬੰਦਿਆਂ ਦੇ ਵੀ ਵਿਛੜੀਆਂ ਰਿਸ਼ਤੇਦਾਰ ਜਾਂ ਬੱਚੇ ਵਿਛੜੇ ਆ ਜਾਂ ਦੋਸਤ ਵਿਛੜੇ ਆ, ਉਹਨਾਂ ਵਾਸਤੇ ਬੜੀ ਹੀ ਇੱਕ ਬਹੁਤ ਔਖੀ ਸਮਾਂ ਹੈ ਇਹ। ਅਤੇ ਪੰਜਾਬੀਆਂ ਨੇ ਬਹੁਤ ਹੁਮ-ਹੁਮਾ ਕੇ ਦਿਲੋਂ ਜਿਹਨੂੰ ਕਹਿੰਦੇ ਨੇ ਤਨੋਂ ਮਨੋਂ ਧਨੋਂ ਆਮ ਆਦਮੀ ਪਾਰਟੀ ਨੂੰ ਆਪਣੇ ਸਿਰ 'ਤੇ ਬਿਠਾ ਲਿਆ। ਉਹਨਾਂ ਨੂੰ ਆਪਣਾ ਤਾਜ ਜਿਹੜਾ ਸੱਤਾ ਦਾ, ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੂਬੇ ਦੇ ਮੁੱਖ ਮੰਤਰੀ ਆ ਮਾਣਯੋਗ, ਉਹਨਾਂ ਦੇ ਸਿਰ 'ਤੇ ਸੱਤਾ ਦਾ ਤਾਜ ਰੱਖਿਆ ਹੈ। 92 MLA ਜਿਤਾ ਕੇ ਦਿੱਤੇ ਉਹਨਾਂ ਨੂੰ, ਬਹੁਤ ਹੀ ਸੋਚ ਸਮਝ ਕੇ ਵੀ ਸਾਨੂੰ ਪਤਾ ਨਹੀਂ ਕਿੱਦਾਂ ਕਾਇਆ ਕਲਪ ਹੋ ਜਾਣਾ ਪੰਜਾਬ ਦਾ, ਅਤੇ ਵਿਕਾਸ ਬਹੁਤ ਹੋ ਜਾਊਗਾ, ਸ਼ਾਂਤੀ ਬਹੁਤ ਹੋ ਜਾਊਗੀ, ਬੱਚੇ ਬਾਹਰ ਜਾਣਾ ਬੰਦ ਕਰ ਦੇਣਗੇ, ਸਾਰਾ ਕੁਝ ਸੋਚ ਕੇ ਕੀਤਾ ਗਿਆ ਸੀ। ਪਰ ਅਨਫੋਰਚੂਨੇਟਲੀ ਬੜੇ ਦੁਖਦਾਈ ਤਰੀਕੇ ਨਾਲ ਮੈਨੂੰ ਕਹਿਣਾ ਪੈ ਰਿਹਾ, ਕੁਛ ਨਹੀਂ ਹੋਇਆ, ਉਹਦੇ ਉਲਟ ਸਾਰਾ ਕੁਝ ਹੋਇਆ। ਤੁਸੀਂ ਦੇਖੋ ਪਹਿਲਾਂ ਜਿਹੜਾ ਸੁਧੀਰ ਸੂਰੀ ਨਾਂ ਦਾ ਬੰਦਾ ਹੈ, ਬੜਾ ਮੰਦਭਾਗਾ ਕਤਲ ਆ ਉਹਨਾਂ ਦੀ ਇੱਕ ਸਿਆਸੀ ਸੋਚ ਹੈ, ਉਹ ਜਿੱਦਾਂ ਦੇ ਵੀ ਅਸੀਂ ਉਹਨਾਂ ਨਾਲ ਸਹਿਮਤ ਨਹੀਂ ਹਾਂ। ਜਦੋਂ ਸੁਧੀਰ ਸੂਰੀ ਦੇ ਬਿਆਨ ਆਉਂਦੇ ਹੁੰਦੇ ਸੀ ਪੰਜਾਬ ਦੇ ਵਿੱਚ, ਇੱਥੇ ਉਦੋਂ ਕਾਂਗਰਸੀ ਸਰਕਾਰ ਸੀ, ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਨੇ ਉਸ ਬੰਦੇ ਨੂੰ ਕਿਉਂ ਨਹੀਂ ਰੋਕਿਆ? ਜੇ ਦੇਖੋ ਮੈਂ ਆ ਜਾਂ ਕੋਈ ਵੀ ਬੰਦਾ ਫॉर दैट मैटर, ਚਾਹੇ ਸ਼ਿਵ ਸੈਨਾ ਦਾ ਚਾਹੇ ਕੋਈ ਵੀ ਆ, ਮੈਂ ਕਹਿੰਦਾ ਜੀ ਮੈਂ ਖਾਲਿਸਤਾਨੀਆਂ ਦੇ ਅਗੇਂਸਟ ਹਾਂ ਜਾਂ ਮੈਂ ਕਿਸੇ ਇੱਦਾਂ ਦੀ ਸੋਚ ਵਾਲੇ ਬੰਦਿਆਂ ਦੇ ਅਗੇਂਸਟ ਹਾਂ, ਉਹ ਤੁਹਾਡਾ ਮੌਲਿਕ ਅਧਿਕਾਰ ਆ, ਤੁਸੀਂ ਕਹਿ ਸਕਦੇ ਆ। ਤੁਸੀਂ ਇੱਕ ਧਰਮ ਨੂੰ, ਇੱਕ ਫਿਰਕੇ ਨੂੰ ਕਹਿ ਰਹੇ 2% ਆ, ਮਸਲ ਦਿਆਂਗੇ, ਇਹ ਕਰ ਦਾਂਗੇ, ਤੁਸੀਂ ਦੈਟ ਮੀਨ ਜਿਹੜੀ ਬੁਨਿਆਦ ਆ ਤੁਸੀਂ ਆਪਣੇ ਕਤਲ ਦੀ, ਤੁਸੀਂ ਆਪ ਆਪਣੇ ਹੱਥੀਂ ਇੱਟਾਂ ਪਾਈਆਂ, ਆਪਣੇ ਹੱਥੀਂ ਆਪ ਮਸਾਲਾ ਪਾਇਆ, ਤਾਂ ਉਹ ਵੱਡੀ ਦੀਵਾਰ ਕੀਤੀ ਆ ਆਪਣੇ ਆਪ ਨੂੰ ਮਾਰਨ ਲਈ। ਅਤੇ ਸਰਕਾਰ ਨੇ ਕਿਉਂ ਨਹੀਂ ਨੋਟਿਸ ਲਿਆ ਸੀ? ਸਵਾਏ ਬਜਾਏ ਇਸ ਦੇ ਨੋਟਿਸ ਲੈਣ ਦੇ, ਉਹਨਾਂ ਨੂੰ ਤੁਸੀਂ 15-20 ਬੰਦੇ ਮੁਹੱਈਆ ਕਰਤੇ ਸੁਰੱਖਿਆ ਦੇ। ਉਹਨਾਂ ਦਾ ਜਿਹੜਾ ਕਤਲ ਹੋਇਆ ਬਹੁਤ ਮੰਦਭਾਗਾ ਆ, ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ। ਕੋਈ ਬੰਦਾ ਕਹੇ ਜੀ ਮੈਨੂੰ ਮੇਰੇ ਧਰਮ ਦੇ ਖਿਲਾਫ ਇਹਨਾਂ ਨੇ ਆਹ ਕਿਹਾ ਅਤੇ ਮੈਨੂੰ ਬੜਾ ਦੁੱਖ ਲੱਗਾ, ਮੈਂ ਡਿਸਹਾਰਟਨਡ, ਅਤੇ ਇਹਨਾਂ 'ਤੇ ਉਹ ਕਾਰਵਾਈ ਕੀਤੀ ਜਾਵੇ। ਕਾਨੂੰਨ ਦੇ ਵਿੱਚ ਆਪਣੇ ਪ੍ਰੋਵੀਜ਼ਨ ਹੈਗੀ ਹੈ ਸਾਡੇ ਇਸ ਭਾਰਤੀ ਸੰਵਿਧਾਨ ਦੇ ਵਿੱਚ, ਜਿਹੜਾ ਬੰਦਾ ਤੁਸੀਂ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਆ, ਤੁਹਾਡੇ 'ਤੇ ਪਰਚਾ ਹੋ ਸਕਦਾ, ਤੁਹਾਡੇ FIR ਹੋ ਸਕਦੀ ਆ, ਯੂ ਵਿਲ ਬੀ ਪ੍ਰੋਸੀਕਿਊਟਡ ਫॉर दैट, ਯੂ ਵਿਲ ਬੀ ਇੰਪ੍ਰਿਜ਼ਨਡ ਫॉर दैट। ਵੈਨ ਵਿੰਡੋ ਵਾਜ਼ ਦੇਅਰ, ਉਹਦੀ ਕਿਉਂ ਨਹੀਂ ਕਿਸੇ ਨੇ ਵੀ ਅੱਜ ਤੱਕ ਮੈਨੂੰ ਨਹੀਂ ਲੱਗਦਾ ਉਹਨਾਂ 'ਤੇ ਪਰਚਾ ਹੋਇਆ ਇਸ ਗੱਲ ਕਰਕੇ। ਜਾਂ ਤਾਂ ਸਰਕਾਰ ਦੀ ਨਾਕਾਮੀ ਆ, ਜਾਂ ਜਿਹੜੀ ਕੁਝ ਸੰਸਥਾਵਾਂ ਜਿਹਨਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੇ ਨਹੀਂ ਕੀਤਾ। ਬਜਾਏ ਇੱਕ ਨੌਜਵਾਨ ਨੂੰ ਜਿਹੜਾ ਉਹ ਵੀ ਅੰਦਰ ਆ, ਉਹ ਵੀ ਇੱਕ ਕਿਸੇ ਬੱਚਾ ਹੀ ਆ, ਉਹ ਹੁਣ ਸਾਰੀ ਉਮਰ ਜੇਲ੍ਹ 'ਚ ਰਹੂਗਾ। ਇਹ ਪੰਜਾਬ ਵਾਸਤੇ ਸੰਦੀਪ ਜਿਹੜਾ, ਅਤੇ ਪੰਜਾਬ ਵਾਸਤੇ ਤਾਂ ਅਨਫੋਰਚੂਨੇਟ ਹੈ। ਚਾਹੇ ਸੁਧੀਰ ਸੂਰੀ ਦੀ ਫੈਮਿਲੀ ਆ, ਚਾਹੇ ਸੰਦੀਪ ਦੀ ਫੈਮਿਲੀ, ਸਾਰੇ ਸਾਡੇ ਆਪਣੇ ਆ, ਸਾਰੇ ਪੰਜਾਬੀਆਂ ਦੇ ਆ। ਇਹ ਮਤਲਬ ਇਹ ਕਿਹਦੀ ਜ਼ਿੰਮੇਵਾਰੀ ਹੈ? ਇਹ ਸਾਡੇ ਜਿਹੜੇ ਸਿਆਸਤਦਾਨਾਂ ਦੀ ਜ਼ਿੰਮੇਵਾਰੀ ਹੈ। ਅਸੀਂ ਇਸ ਰਸਤੇ 'ਤੇ ਕਿਉਂ ਆਏ, ਅਸੀਂ ਕਿਉਂ ਖੜ੍ਹੇ ਹੋਏ ਇਸ ਦਰਾਰ 'ਤੇ? ਨੰਬਰ ਦੂਜਾ ਕਤਲ ਜਿਹੜਾ ਤੁਸੀਂ ਪੁੱਛਿਆ ਡੇਰਾ ਪ੍ਰੇਮੀ, ਉਹਦੇ ਵਿੱਚ ਵੀ ਪਹਿਲਾਂ ਇਹ ਲੱਗਦਾ ਸੀਗਾ ਵੀ ਕਿਸੇ ਸਿੱਖ ਆਰਗੇਨਾਈਜੇਸ਼ਨ ਦਾ ਹੱਥ ਹੋ ਸਕਦਾ, ਪਰ ਜੋ ਹੁਣ ਜਿੱਦਾਂ ਇਨਵੈਸਟੀਗੇਸ਼ਨ ਇਜ਼ ਕਮਿੰਗ ਅਪ, ਉਹ 'ਚੋਂ ਇਹ ਲੱਗਦਾ ਵੀ ਜਿਹੜਾ ਗੋਲਡੀ ਬਰਾੜ ਆ, ਜਿਵੇਂ ਕੋਈ ਵੀ ਕਹਿੰਦੇ ਕ੍ਰਿਮੀਨਲ ਆ ਜਾਂ ਅਕਿਊਜ਼ਡ ਆ ਬੰਦਾ, ਉਹ ਕਿਸੇ ਵੀ ਕੰਮ ਕਰਕੇ ਗੈਂਗਸਟਰ ਜਾਂ ਵਾਟ ਐਵਰ ਹੀ ਇਜ਼, ਕਹਿੰਦੇ ਨਾ ਬੰਦਾ ਆਪਣੇ ਪੁਰਾਣੇ ਪਾਪ ਛਪਾਉਣ ਲਈ, ਆਪਣੇ ਪਾਪ ਧੋਣ ਵਾਸਤੇ, ਲੋਕਾਂ ਦੀ ਹਮਦਰਦੀ ਹਾਸਲ ਕਰਨ ਵਾਸਤੇ, ਇੱਕ ਹੁੰਦਾ ਨਾ ਇੱਕ ਆਪਣੀ ਇਮੇਜ ਮੇਕਓਵਰ ਕਰਨ ਵਾਸਤੇ, ਉਹਨਾਂ ਨੇ ਇਹ ਕਤਲ ਕਰਾਤਾ ਕਿ ਲੋਕੀ, ਕਿਉਂਕਿ ਜਿਹੜਾ ਬਰਗਾੜੀ ਕਾਂਡ ਹੋਇਆ ਸੀ ਜਾਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ, ਉਹ ਤੋਂ ਆਹਤ ਹੈ ਪੰਜਾਬ ਦੇ ਪਿੰਡਾਂ ਦੇ ਲੋਕ ਪਾਰਟੀਕੂਲਰਲੀ, ਤਾਂ ਕਿ ਮੇਰੀ ਉਹਨਾਂ 'ਚ ਇਮੇਜ ਚੰਗੀ ਬਣ ਜਾਵੇ। ਕਿਉਂਕਿ ਸਿੱਧੂ ਮੂਸੇਵਾਲੇ ਕੇਸ ਵਿੱਚ ਨਾਮ ਆਇਆ ਜੀ, ਨਾਮ ਆਇਆ, ਉਸ ਤੋਂ ਬਾਅਦ ਬਹੁਤ ਥੂ ਹੋਈ, ਲੋਕਾਂ ਨੇ ਕਿੱਦਾਂ ਗਾਲਾਂ ਕੱਢੀਆਂ, ਸਾਰੇ ਪੰਜਾਬ ਨੇ ਇੱਕ ਹੋ ਕੇ ਗੋਲਡੀ ਬਰਾੜ ਨੂੰ ਗਾਲਾਂ ਕੱਢੀਆਂ ਵੀ ਤੂੰ ਇਹ ਗੰਦਾ ਕੰਮ ਕਿਉਂ ਕੀਤਾ। ਉਹ ਆਪਣੀ ਹੁਣ ਇਮੇਜ ਮੇਕਓਵਰ ਲਈ ਜਾਂ ਲੋਕਾਂ ਦੇ ਮਨਾਂ 'ਚ ਆਪਣੀ ਦੁਬਾਰਾ
ਆਪਣੀ ਇਮੇਜ ਬਣਾਉਣ ਵਾਸਤੇ ਉਹਨਾਂ ਨੇ ਕਤਲ ਕਰਾਇਆ ਲੱਗਦਾ। ਜੋ ਹੁਣ ਤੱਕ ਇਨਵੈਸਟੀਗੇਸ਼ਨ ਹੋਈ ਆ ਕਿ ਉਹਨਾਂ ਨੇ ਪੈਸੇ ਦੇ ਕੇ, ਇਹ ਸੁਪਾਰੀ ਦੇ ਕੇ, ਪੈਸੇ ਦੇ ਕੇ ਉਹ ਕਤਲ ਕਰਾਇਆ ਤਾਂ ਕਿ ਲੋਕੀ ਕਹਿਣ ਜੀ ਇਹ ਬੰਦੇ ਨੇ ਬਹੁਤ ਚੰਗਾ ਕੰਮ ਕੀਤਾ, ਤਾਂ ਕਿ ਮੇਰਾ ਪੁਰਾਣਾ ਜਿਹੜੇ ਪਾਪ ਜਿਹੜੇ ਧੁੱਲ ਜਾਣ। ਦੂਜਾ ਕਤਲ ਇਹ ਸੀਗਾ। ਤੇ ਤੀਜਾ ਕਤਲ ਤੁਸੀਂ ਹੁਣ ਰੀਸੈਂਟਲੀ ਦੱਸਿਆ ਵੀ ਜਿਹੜਾ ਨਕੋਦਰ ਵਿੱਚ ਇੱਕ ਬੜਾ ਯੰਗ ਮੁੰਡਾ ਆ, ਬੜਾ ਮੈਨੂੰ ਦੇਖ ਕੇ ਦੁੱਖ ਹੋਇਆ ਇਹਦੀ ਫੋਟੋ ਦੇਖ ਕੇ ਵੀ ਕੋਈ ਵੀ ਕਾਰਨ ਹੈ, ਕਹਿੰਦੇ 50 ਲੱਖ ਦੀ ਫਰੌਤੀ ਮੰਗੀ ਗਈ ਸੀ, 30 ਲੱਖ ਦੀ ਫਰੌਤੀ ਮੰਗੀ ਗਈ ਸੀ। ਉਹਨਾਂ ਨੂੰ ਸੁਰੱਖਿਆ ਗਾਰਡ ਮੈਂ ਹੋਈ ਆ ਵੀ PSO ਵੀ ਮੁਹੱਈਆ ਕੀਤਾ ਗਿਆ ਸੀਗਾ ਤੇ ਉਹਨਾਂ ਦਾ BJP ਨਾਲ ਵੀ ਸੰਬੰਧ ਹੈਗਾ। ਤੁਸੀਂ ਦੇਖੋ ਇਹਦੇ 'ਚ ਇੱਕ ਅਨਫੋਰਚੂਨੇਟਲੀ ਬੜੇ ਯੰਗ ਪੰਜਾਬ ਦੇ ਜਿਹੜਾ ਪੁਲਿਸ ਪਰਸਨਲ ਆ ਉਹਦੀ ਵੀ ਡੈਥ ਹੋ ਗਈ ਆ। 2 ਜਵਾਨਾਂ ਪੰਜਾਬ ਦੀਆਂ ਗਈਆਂ, ਬਹੁਤ ਦੁੱਖ ਵਾਲੀ ਗੱਲ ਹੈ। ਪਰੰਤੂ ਇਹ ਸਾਰੇ ਪਿੱਛੇ ਤੁਸੀਂ ਦੇਖੋ ਜੋ ਕੁਝ ਵੀ ਹੋ ਰਿਹਾ, ਜਿਹੜੇ ਸਾਡੇ ਸੱਤਾ ਤੇ ਕਾਬਜ਼ ਲੋਕ ਆ, ਜਿਹੜਾ ਸਾਡਾ ਰਾਜਾ ਆ, ਜਿਹੜਾ ਸਾਡਾ ਮੁੱਖ ਮੰਤਰੀ ਆ, ਉਹ ਰਾਤ ਨੂੰ ਰੋਟੀ ਕਿੱਦਾਂ ਖਾ ਪਾਉਂਦਾ ਮੈਨੂੰ ਸਮਝ ਨਹੀਂ ਆਉਂਦੀ ਹੈਗੀ। ਉਹਨਾਂ ਨੂੰ ਤਾਂ ਸਵਾਏ ਚੋਣ ਪ੍ਰਚਾਰ ਕਰ ਦੋ, ਭੰਗੜੇ ਪਾਉਣ ਤੋਂ ਜਾ ਕੇ ਗੁਜਰਾਤ ਦੀ ਗਲੀ 'ਚ ਭੰਗੜੇ ਪਾਉਂਦੇ ਫਿਰਦੇ ਆ, ਬਿੱਲ ਬਣਦੇ ਫਿਰਦੇ ਆ, ਤਾਂ ਦੇਖੋ ਜ਼ੀਰੋ ਬਿੱਲ, ਆਹ ਜ਼ੀਰੋ ਬਿੱਲ। ਵੀ ਭਾਈ ਤੁਹਾਨੂੰ ਜਿਹੜੇ ਪੰਜਾਬ ਦੇ ਲੋਕਾਂ ਨੇ ਆਪਣੇ ਸਿਰ ਤੇ ਬਿਠਾ ਲਿਆ, ਪਹਿਲਾਂ ਤੁਸੀਂ ਉਹਨਾਂ ਨੂੰ ਕਿਸੇ ਪਾਸੇ ਲਾਓ। ਜਦੋਂ ਪੰਜਾਬੀਆਂ ਦੀ ਜਾਨ ਹੀ ਨਹੀਂ ਰਹੀ ਤਾਂ ਬਿੱਲ ਤਾਂ ਆਪੇ ਜ਼ੀਰੋ ਆਣੇ। ਦੇਖੋ ਅਸੀਂ ਜਾਨ ਹੈ ਤੇ ਜਹਾਨ ਹੈ। ਜੇ ਉਹ ਸੂਬੇ ਦੇ ਲੋਕ ਸੇਫ ਫੀਲ ਕਰਦੇ ਆ, ਜੇ ਲੋਕੀ ਬੱਚੇ ਬਾਹਰ ਸਾਡੇ ਘਰੋਂ ਬਾਹਰ ਜਾਂਦੇ ਆ, ਸ਼ਾਮ ਨੂੰ 7 ਵਜੇ 8 ਵਜੇ ਸਹੀ ਸਲਾਮਤ ਸਾਡੇ ਘਰਾਂ 'ਚ ਆ ਜਾਂਦੇ ਆ, ਸਾਡੀਆਂ ਮਾਵਾਂ ਦੇ ਤਾਂ ਉਦੋਂ ਖੁਸ਼ੀ ਆ ਉਹਨਾਂ ਨੂੰ ਜਦੋਂ ਬੱਚੇ ਘਰ ਆ ਗਏ। ਜੇ ਇਹ ਚੀਜ਼ ਨਹੀਂ ਸਾਡੀਆਂ ਮਾਵਾਂ ਨੂੰ ਮਿਲਦੀ ਤਾਂ ਇਦਾਂ ਦੀ ਲਾਹਨਤ ਹੈ ਇਸ ਤਰ੍ਹਾਂ ਦੀ ਸਰਕਾਰ ਦੇ ਉੱਤੇ। ਜਿਸ ਤਰੀਕੇ ਦੇ ਹਾਲਾਤ ਪੰਜਾਬ 'ਚ ਬਣੇ ਹੋਏ ਨੇ, ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਨੇ ਪੰਜਾਬ ਛੱਡ ਕੇ ਬਾਹਰ ਚੱਲ ਜਾਣਾ ਹੈ। ਫਿਰ ਤਾਂ ਮੱਲੋ ਮੱਲੀ ਬਿਜਲੀ ਦੇ ਬਿੱਲ ਸਾਰਿਆਂ ਦੇ ਜ਼ੀਰੋ ਹੀ ਆਣੇ ਆ। ਫਿਰ ਤਾਂ ਜਦ ਪੰਜਾਬ 'ਚ ਰਹਿਣਾ ਹੀ ਨਹੀਂ ਕੋਈ, ਫਿਰ ਭਗਵੰਤ ਮਾਨ ਸਾਹਿਬ ਦਿਖਾਉਂਦੇ ਰਹਿਣ, ਦੇਖੋ ਜੀ ਜ਼ੀਰੋ ਬਿੱਲ। ਦੇਖੋ ਜਦੋਂ ਇਲੈਕਸ਼ਨ ਅਸੀਂ ਚਾਹੇ ਉਹ ਕਹਿੰਦੇ ਜੁਮਲਾ ਹੈ, ਚਾਹੇ ਵਾਟ ਐਵਰ ਵੀ ਡੋਂਟ ਨੋ, ਵੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਇਹੀ ਗੱਲ ਕਹੀ ਸੀ ਇਹ ਵੀ ਜਿਹੜੇ ਲੋਕ ਆਈਲੈਟਸ ਕਰਕੇ ਬਾਹਰ ਜਾਂਦੇ ਆ ਉਹ ਆਈਲੈਟਸ ਕਰਨੀ ਬੰਦ ਕਰ ਦਿਓ, ਕਿਉਂਕਿ ਤੁਸੀਂ ਕੈਨੇਡਾ ਜਾਣਾ ਨਹੀਂ ਆ। ਕੋਈ ਇੱਥੇ ਕੈਲੀਫੋਰਨੀਆ, ਇੱਥੇ ਟੋਰਾਂਟੋ, ਇੱਥੇ ਬਣ ਜਾਣਾ। ਕਹਿੰਦੇ ਅਸੀਂ ਜਿਹੜੇ ਬਾਹਰ ਗਏ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ। ਵੀ ਲੈ ਕੇ ਆਵਾਂਗੇ ਤੇ ਇੱਥੇ ਤੁਹਾਡੀ ਸਿਡਨੀ, ਮੈਲਬੌਰਨ, ਵੈਂਕੂਵਰ, ਟੋਰਾਂਟੋ, ਐਵਰੀਥਿੰਗ ਨਿਊਯਾਰਕ ਇੱਥੇ ਬਣ ਜਾਣਾ। ਤੁਸੀਂ ਬਾਹਰ ਜਾਣ ਦੀ ਲੋੜ ਹੀ ਨਹੀਂ ਤੁਹਾਨੂੰ। ਪਰ ਸਾਰਾ ਕੁਝ ਇਦਾਂ ਦਾ ਕੁਝ ਹੋਣਾ ਤਾਂ ਹੈ ਨਹੀਂ ਆ। ਕੌਣ ਕਿਹੜਾ ਬੱਚਾ ਜਿਹਨੂੰ ਐਡਮਿਸ਼ਨ ਮਿਲਦੀ ਹੈ ਨਿਊਯਾਰਕ ਦੇ ਵਿੱਚ ਕਿਸੇ ਵਧੀਆ ਯੂਨੀਵਰਸਿਟੀ 'ਚ, ਜਾਂ ਟੋਰਾਂਟੋ ਯੂਨੀਵਰਸਿਟੀ ਵਿੱਚ, ਜਾਂ ਵੈਂਕੂਵਰ ਯੂਨੀਵਰਸਿਟੀ, ਜਾਂ ਸਿਡਨੀ, ਮੈਲਬੌਰਨ, ਕਿਹੜਾ ਬੱਚਾ ਨਹੀਂ ਜਾਊਗਾ ਬਾਹਰ? ਆਪਣੇ ਹੀ ਨਹੀਂ ਆਏ ਮੁੜ ਕੇ। ਆਪਣੇ ਇਹਨੂੰ ਪਹਿਲਾਂ ਆਪਣੀ ਫੈਮਿਲੀ ਬੁਲਾਓ, ਪਹਿਲਾਂ ਆਪਣੇ ਬੇਟੀ ਆ ਬੇਟਾ ਇਹਨਾਂ ਦਾ, ਉਹਨੂੰ ਪਹਿਲਾਂ ਆਪਣੀ ਪੰਜਾਬ ਬੁਲਾਓ ਵਾਪਸ, ਇੱਥੇ ਸੈੱਟ ਕਰਾਓ, ਇੱਥੇ ਸੈੱਟ ਹੋਵੋ। ਇਹ ਸਭ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਦੀਆਂ ਗੱਲਾਂ, ਇਸ ਤੋਂ ਬਿਨਾਂ ਕੁਛ ਨਹੀਂ ਆ। ਜਿੱਦਾਂ ਚੱਲ ਰਿਹਾ ਇਦਾਂ ਹੀ ਚੱਲਣਾ ਸਮਾਂ। ਸਗੋਂ ਤੇ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ, ਜਿਹੜੇ ਕ੍ਰਿਮੀਨਲ ਬੰਦੇ ਆ, ਕ੍ਰਿਮੀਨਲ ਵਿਚਾਰਧਾਰਾ ਵਾਲੇ ਬੰਦੇ ਆ, ਗੈਂਗਸਟਰ ਆ, ਉਹਨਾਂ ਦੇ ਹੌਸਲੇ ਬੁਲੰਦ ਆ। ਉਹ ਐਕਟਿਵ ਮੋਡ ਤੇ ਆ ਗਏ, ਐਕਟਿਵ ਮੋਡ ਤੇ, ਫੁੱਲ ਐਕਟਿਵ ਮੋਡ ਤੇ ਆਏ ਹੋਏ ਆ। ਉਹਨੂੰ ਲੱਗਦਾ ਪੰਜਾਬ ਵਿੱਚ ਲੋਕ ਜਿਹੜੀ ਆ ਸਰਕਾਰੀ ਤੰਤਰ ਆ ਫੇਲ ਹੋ ਚੁੱਕਾ ਆ। ਕੋਈ ਸਾਡੇ ਮਾਨਯੋਗ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਵੀ ਆ ਸੂਬੇ ਦੇ, ਉਹਨਾਂ ਨੂੰ ਕੋਈ ਚਿੰਤਾ ਨਹੀਂ ਆ। ਉਹਨਾਂ ਨੂੰ ਚਿੰਤਾ ਸਿਰਫ ਇੱਕ ਚੀਜ਼ ਦੀ ਆ ਵੀ ਜਿਹੜੇ ਉਹਨਾਂ ਦੇ ਸਿਆਸੀ ਮੈਂਟਰ ਆ, ਜਿਨ੍ਹਾਂ ਨੇ ਉਹਨੂੰ ਇਹ ਤਾਜ ਬਖਸ਼ਿਆ ਆ, ਅਰਵਿੰਦ ਕੇਜਰੀਵਾਲ ਜੀ ਜਿਹੜੇ ਕੌਮੀ ਕਨਵੀਨਰ ਆ ਤੇ ਮਾਨਯੋਗ ਮੁੱਖ ਮੰਤਰੀ ਵੀ ਆ ਦਿੱਲੀ ਦੇ, ਉਹਨਾਂ ਨੂੰ ਖੁਸ਼ ਕਰਨਾ। ਕਿਉਂਕਿ ਉਹਨਾਂ ਦਾ ਜਿਹੜਾ ਟਾਰਗੇਟ ਹੈ 2024 ਆ, 2024 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਬਰਾਬਰ ਇੱਕ ਕ੍ਰੈਡੀਬਲ ਆਪੋਜੀਸ਼ਨ ਦਾ ਫੇਸ ਬਣਨਾ। ਉਹਨਾਂ ਦਾ ਇੱਕੋ ਇੱਕ ਮੋਟਿਵ ਹੈ ਇਸ ਵੇਲੇ। ਉਸੇ ਮੋਟਿਵ ਲਈ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਯੂਜ਼ ਕੀਤਾ। ਉਹਨਾਂ ਨੂੰ ਦੇਖੋ ਹੁਣ ਤੁਸੀਂ ਗੁਜਰਾਤ ਦੇ ਵਿੱਚ ਉਹ ਖੁਸ਼ੀਆਂ ਮਨਾ ਰਹੇ। ਹਾਲੇ ਦੇਖੋ ਇਹ ਬੜਾ ਲੰਬਾ ਟੇਢਾ ਪ੍ਰੋਸੀਜਰ ਹੈ। ਜੇ ਤੁਸੀਂ ਨੈਸ਼ਨਲ ਪਾਰਟੀ ਬਣਨਾ ਆ, ਮੈਂ ਵੈਸੇ ਕਰਨਾ ਸੀਗਾ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਦੇਸ਼ ਦੇ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਉਹ ਨੈਸ਼ਨਲ ਪਾਰਟੀ ਬਣ ਗਈ। ਕਿੱਥੇ ਬਣ ਗਈ ਹੈ ਦੱਸੋ, ਦਿਖਾਓ ਡਾਕੂਮੈਂਟ। ਇਲੈਕਸ਼ਨ ਪ੍ਰੈਸ ਨੋਟ ਜਾਰੀ ਕੀਤਾ ਉਹਨਾਂ ਨੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆ। ਹੁਣ ਜਿਹੜੀਆਂ ਬਾਕੀ ਜਿਹੜੀਆਂ ਦੇਖੋ BJP ਆ ਜਾਂ ਕਾਂਗਰਸ ਆ, ਇਹਨਾਂ ਦੇ ਜਿਹੜੇ ਬੰਦੇ ਜਿਹਨਾਂ ਦੇ ਮੀਡੀਆ ਪਰਸਨਸ ਆ, PR ਟੀਮ ਆ ਜਿਹੜੀ ਇਹਨਾਂ ਦੀ, ਜਿਹੜੇ ਪ੍ਰੈਸ ਜਿਹੜੇ ਇਹਨਾਂ ਦੇ ਸਪੋਕਸ ਪਰਸਨ ਆ, ਉਹਨਾਂ ਨੂੰ ਸੱਪ ਸੁੰਘ ਗਿਆ। ਉਹਨੂੰ ਪੁੱਛੋ, ਦਿਖਾਓ ਸਰਟੀਫਿਕੇਟ ECI ਦਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਰਟੀਫਿਕੇਟ ਦਿਓ। ਕਿੱਥੇ ਰਾਸ਼ਟਰੀ ਪਾਰਟੀ ਬਣੀ ਹੈ? ਕਿਉਂ ਝੂਠ ਬੋਲ ਰਹੇ ਆ? ਰੋਜ਼ ਫੇਰ ਝੂਠ ਬੋਲ ਰਹੇ। ਐਡੇ ਬੜੇ ਰਿਸਪੌਂਸੀਬਲ ਬੰਦਾ ਝੂਠ ਬੋਲ ਰਿਹਾ ਵੀ ਮੇਰੀ ਰਾਸ਼ਟਰਪਤੀ ਬਣ ਗਈ ਹੈ। ਕਿੱਥੇ ਬਣੀ ਆ? ਪਰ ਇਹਨਾਂ ਨੂੰ ਗੁਜਰਾਤ ਤੇ ਹਿਮਾਚਲ ਦੇ ਵਿੱਚ ਹਾਰਿਆਂ ਦਾ ਇੰਨਾ ਦੁੱਖ ਨਹੀਂ ਜਿੰਨੀ ਖੁਸ਼ੀ ਕਹਿੰਦੇ ਸਾਨੂੰ ਨੈਸ਼ਨਲ ਪਾਰਟੀ ਦੀ। ਵੇਅਰ ਇਜ਼ ਦਾ ਸਰਟੀਫਿਕੇਟ? ਫਸਟ ਤੁਸੀਂ ਡਾਟਾ ਦੇਣਾ ਆ। ਜਿਹੜਾ ECI ਨੇ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਪਣਾ ਡਾਟਾ ਯੂਜ਼ ਕਰਨਾ ਹੈ। ਉਹਨਾਂ ਨੇ ਤੁਹਾਡਾ ਪੁਰਾਣਾ ਤੁਹਾਡੇ ਕੋਲ ਕੀ ਉਹ ਕੰਪੇਅਰ ਕਰਨਾ ਹੈ। ਫਿਰ ਗੁਜਰਾਤ 'ਚੋਂ ਤੁਹਾਨੂੰ ਕਿੰਨੀ % ਪੋਲ ਹੋਈ ਹੈ, ਕਿੰਨੀ % ਤੁਹਾਨੂੰ ਮਿਲੀ ਆ, ਉਹ ਕੰਪੇਅਰ ਕਰਨਾ। ਹਿਮਾਚਲ 'ਚੋਂ ਕਿੰਨੀ ਮਿਲੀ ਆ, ਦਿੱਲੀ 'ਚੋਂ ਕਿੰਨੀ ਮਿਲੀ ਆ, ਇਹ ਸਾਰੀ ਚੀਜ਼ਾਂ ਕੰਪੇਅਰ ਕਰਨੀਆਂ। ਇਟ ਵਿਲ ਟੇਕ ਟਾਈਮ, 1 month ਐਟ ਲੀਸਟ, ਦੈਨ ਦੇ ਵਿਲ ਕਮ ਟੂ ਏ ਕਨਕਲੂਜਨ ਵੀ ਇਹ ਪਾਰਟੀ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਆ। ਇਹਨਾਂ ਨੂੰ ਅਸੀਂ ਸਰਟੀਫਿਕੇਟ ਇਸ਼ੂ ਕਰ ਸਕਦੇ ਹਾਂ ਤੇ ਇਹਨਾਂ ਦਾ ਜਿਹੜਾ ਝਾੜੂ ਆ ਉਹਨੂੰ ਫ੍ਰੀਜ਼ ਕਰ ਸਕਦੇ ਹਾਂ ਐਜ਼ ਏ ਨੈਸ਼ਨਲ ਸਿੰਬਲ, ਐਜ਼ ਏ ਵਨ ਸਿੰਬਲ ਆਫ ਦ ਨੈਸ਼ਨਲ ਪਾਰਟੀ, ਰਜਿਸਟਰਡ ਪਾਰਟੀ। ਇਹ ਤਾਂ ਕੁਝ ਹੋਇਆ ਨਹੀਂ ਅਜੇ ਤੱਕ। ਤੁਸੀਂ ਐਡੇ ਬੜੇ ਤੁਸੀਂ ਕਹਿੰਦੇ ਮੈਂ IRS ਸੀਗਾ, ਮੈਂ ਪੜ੍ਹਿਆ ਲਿਖਿਆ, ਮੈਂ IIT ਦਾ ਇੱਕੋ ਇੱਕ ਬੰਦਾ ਹਿੰਦੁਸਤਾਨ ਨੇ ਅਜੇ ਤੱਕ ਪ੍ਰੋਡਿਊਸ ਕੀਤਾ। IIT 'ਚ ਇੱਕੋ ਬੰਦਾ ਅਜੇ ਤੱਕ ਗ੍ਰੈਜੂਏਟ ਹੋਇਆ, ਹੋਰ ਕੋਈ ਹੋਇਆ ਨਹੀਂ ਹੈ। ਨਾ ਮੇਰੇ ਤੋਂ ਪਹਿਲਾਂ ਹੋਇਆ, ਨਾ ਮੇਰੇ ਤੋਂ ਬਾਅਦ ਹੋਇਆ। ਤੇ ਤੁਸੀਂ ਝੂਠ ਬੋਲ ਰਹੇ ਆ। ਰੋਜ਼ ਤੁਸੀਂ ਗਰੰਟੀਆਂ ਦਿੰਦੇ ਸੀਗੇ। ਤੁਸੀਂ ਤਾਂ ਯਾਰ ਇਸ ਤੋਂ ਵੱਧ ਕੋਈ ਬੇਸ਼ਰਮ ਬੰਦਾ ਨਹੀਂ ਹੋ ਸਕਦਾ ਜਿਹੜੇ ਰੋਜ਼ ਲਿਖ ਗਰੰਟੀਆਂ ਦਿੰਦੇ। ਕੇਜਰੀਵਾਲ ਦੀ ਗਰੰਟੀ ਆ, ਉਹ ਵੀ जीत रहे हैं जी, ये भी जीत रहे हैं जी,
ਆਮ ਆਦਮੀ ਪਾਰਟੀ 92 ਸੀਟ ਲਾ ਰਹੀ ਹੈ ਜੀ, 100 ਸੀਟ ਲਾ ਰਹੀ ਹੈ, ਸਰਕਾਰ ਬਣ ਰਹੀ ਹੈ, ਤੁਸੀਂ ਕਿਉਂ ਕਰਦੇ ਇਦਾਂ? ਤੁਸੀਂ ਕਹੋ ਅਸੀਂ ਜਿੱਤਨੇ, ਦੈਟਸ ਇਟ। ਤੁਸੀਂ ਲਿਖ ਕੇ ਗਰੰਟੀਆਂ ਦਿੰਦੇ ਆ, ਥੱਲੇ ਅਰਵਿੰਦ ਕੇਜਰੀਵਾਲ ਸਾਈਨ ਕਰਦੇ ਆ। ਵਾਟ ਨੌਨਸੈਂਸ ਯੂ ਆਰ ਡੂਇੰਗ? ਪਰਸੈਪਸ਼ਨ ਕ੍ਰੀਏਟ ਕਰਨੀ ਹੁੰਦੀ ਹੈ। ਰਿਸੈਪਸ਼ਨ ਕ੍ਰੀਏਟ ਕਰਨੀ ਆ। ਮੇਰੇ ਇਹਦਾ ਤੁਸੀਂ ਲਿਫਾਫਾਬਾਜ਼ੀ ਪਾਰਟੀ ਹੈ ਨਾ। ਯੂ ਵਾਂਟਡ ਟੂ ਚੇਂਜ ਦ ਪੋਲਿਟਿਕਸ ਆਫ ਇੰਡੀਆ, ਯੂ ਕੇਮ ਇਨ ਟੂ ਇੰਡੀਅਨ ਸਿਸਟਮ ਟੂ ਚੇਂਜ ਦ ਪੋਲਿਟਿਕਸ ਆਫ ਇੰਡੀਆ, ਐਂਡ ਵਾਟ ਯੂ ਆਰ ਡੂਇੰਗ? ਤੁਸੀਂ ਉਹਨਾਂ ਤੋਂ ਵੀ ਬਦਤਰ ਤਰੀਕੇ ਦਾ ਡਰਾਮਾ ਕਰ ਰਹੇ ਆ। ਇਹ ਕਿਉਂ ਕਰ ਰਹੇ ਹੋ ਤੁਸੀਂ? ਤਾਂ ਇਹੀ ਤਾਂ ਬਦਲਾਅ ਹੈ ਨਾ ਜੀ। ਜੇ ਡਰਾਮੇ ਬਦਲ ਗਏ, ਡਰਾਮੇ ਹੋਰ ਬੱਤਰ ਹੋ ਗਏ ਤਾਂ ਬਦਲਾਅ ਆ ਗਿਆ। ਮਤਲਬ ਸਾਨੂੰ ਇਹੀ ਤਾਂ ਲੱਗਦਾ, ਸਾਨੂੰ ਇਹ ਤੋਂ ਜ਼ਿਆਦਾ ਆਸਾਂ ਸੀਆਂ। ਇਦਾਂ ਦੇ ਗੰਦੇ ਬਦਲਾਅ ਦੀ ਸਾਨੂੰ ਆਸ ਨਹੀਂ ਸੀ, ਨਾ ਪੰਜਾਬ ਦੇ ਵਿੱਚ ਨਾ ਕੇਂਦਰ ਦੇ ਵਿੱਚ, ਨਾ ਹੀ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਹੈ। ਇਹੋ ਜਿਹੇ ਬਦਲਾਅ ਦੀ ਸਾਨੂੰ ਉਮੀਦ ਨਹੀਂ ਸੀ। ਸਾਨੂੰ ਇੱਕ ਚੰਗੇ ਪੋਜ਼ਿਟਿਵ, ਜਿੱਦਾਂ ਕਿਸੇ ਵੈਸਟਰਨ ਮੈਚੁਰ ਡੈਮੋਕ੍ਰੇਸੀ 'ਚ, ਜਿਵੇਂ ਬ੍ਰਿਟਿਸ਼ ਡੈਮੋਕ੍ਰੇਸੀ ਆ, ਅਮਰੀਕਨ ਡੈਮੋਕ੍ਰੇਸੀ, ਸਾਨੂੰ ਉੱਦਾਂ ਦਾ ਸਿਸਟਮ ਦਾ ਸੀਗਾ ਵੀ ਇਦਾਂ ਦੇ ਚੀਜ਼ ਆਊਗੀ। ਉਹ ਚੀਜ਼ ਸਾਨੂੰ, ਵੀ ਆਰ ਸੌਰੀ ਟੂ ਸੇ, ਇਦਾਂ ਦਾ ਕੁਛ ਨਹੀਂ ਹੋਇਆ। ਇਹਨਾਂ ਨੇ ਉਹ ਸਮਾਂ ਜਿਹੜਾ ਉਸ ਤੋਂ ਵੀ, ਜਿਹੜੀ ਪਹਿਲੀਆਂ ਆਲਰੇਡੀ ਰਵਾਇਤੀ ਪੋਲੀਟੀਕਲ ਪਾਰਟੀਆਂ ਸੀ, ਉਸ ਤੋਂ ਵੀ ਜ਼ਿਆਦਾ ਗੰਦ ਪਾਇਆ ਹੋਇਆ ਨਾ। ਇਹ ਪੰਜਾਬ ਦੀ ਜਿਹੜੀ ਸਿਆਸਤ ਹੈਗੀ ਹੈ ਉਹਦੇ ਵਿੱਚ ਬ੍ਰਿਟਿਸ਼ ਪੋਲਿਟਿਕਸ ਵਰਗਾ ਬਦਲਾਅ ਆਏਗਾ ਜਾਂ ਨਹੀਂ, ਇਹ ਤਾਂ ਮੈਨੂੰ ਨਹੀਂ ਪਤਾ। ਪਰ ਇਹ ਜ਼ਰੂਰ ਮੈਂ ਕਹਿ ਸਕਦਾ ਵੀ ਇੱਥੇ ਸ਼ਾਮ ਢਲੀ ਤੋਂ ਬਾਅਦ ਜਾਂ ਦਿਨ ਢਲੇ ਤੋਂ ਬਾਅਦ ਅੰਗਰੇਜ਼ੀ ਜ਼ਰੂਰ ਲੋਕ ਜ਼ਿਆਦਾ ਬੋਲਣ ਲੱਗ ਜਾਂਦੇ ਨੇ। ਉਹ ਕਿਉਂ ਬੋਲਦੇ ਨੇ ਤੁਹਾਨੂੰ ਜ਼ਿਆਦਾ ਪਤਾ ਹੈ। ਖੈਰ, ਮੈਂ ਹੁਣ ਇਸ ਸਵਾਲ ਤੇ ਆਉਂਗਾ। ਜਿਹੜਾ ਪੀਪਾ ਮਨਪ੍ਰੀਤ ਬਾਦਲ ਹੋਣਾ ਦੇ ਵੇਲੇ ਖਾਲੀ ਰਿਹਾ, ਇਹ ਕਹਿੰਦੇ ਖਜ਼ਾਨਾ ਖਾਲੀ ਹੈ, ਉਹ ਪੀਪਾ ਹੀ ਹੋ ਗਿਆ। ਭਗਵੰਤ ਮਾਨ ਸਾਹਿਬ ਕਹਿੰਦੇ ਸੀ ਖੁਦ, ਪੀਪਾ ਮੰਤਰੀ ਕਹਿੰਦੇ ਸੀ ਹਾਂ, ਭਗਵੰਤ ਮਾਨ ਸਾਹਿਬ ਖੁਦ ਕਹਿੰਦੇ ਸੀ ਵੀ ਜਿਹੜਾ ਖਾਲੀ ਹੈ ਤੁਸੀਂ ਇਹਨੂੰ ਖਜ਼ਾਨਾ ਕਹਿੰਦੇ ਹੋ, ਪੀਪਾ ਕਹੋ। ਅਸੀਂ ਪੀਪੇ ਦੀ ਗੱਲ ਕਰਦੇ ਹਾਂ। ਜਿਹੜਾ ਪੀਪਾ ਮਨਪ੍ਰੀਤ ਬਾਦਲ ਹੋਣ ਦੇ ਸਮੇਂ ਤੇ ਖਾਲੀ ਸੀ, ਉਸ ਪੀਪੇ ਨੂੰ ਤੁਸੀਂ ਦੇਖ ਰਹੇ ਹੋ ਕਿ ਭਰਦਾ ਪਿਆ ਹੈ ਹੁਣ ਜਾਂ ਫਿਰ ਨਹੀਂ? ਦੇਖੋ ਜੀ, ਉਸ ਪੀਪੇ ਦੀ ਕਿਸਮਤ ਵਿੱਚ ਪੰਜਾਬ ਦਾ ਜਿਹੜਾ ਪੀਪਾ ਹੈ ਖਾਲੀ ਰਹਿਣਾ ਹੈ। ਜੇ ਸਾਡੀਆਂ ਸਿਆਸੀ ਪਾਰਟੀਆਂ ਇਦਾਂ ਦੀ ਰਾਜਨੀਤੀ ਕਰਦੀਆਂ ਜੇ, ਉਹ ਕਦੀ ਭਰਨਾ ਨਹੀਂ ਹੈ। ਇਹ ਲੋਕਾਂ ਦੀ ਬਦਕਿਸਮਤੀ ਹੈ, ਪੰਜਾਬ ਦੇ ਲੋਕਾਂ ਦੀ। ਪੰਜਾਬ ਦਾ ਜਿਹੜਾ ਪੀਪਾ ਹੈ ਕਦੀ ਭਰਨਾ ਨਹੀਂ ਹੈ। ਲੇਕਿਨ ਕੇਜਰੀਵਾਲ ਸਾਹਿਬ ਤਾਂ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀਗੇ ਵੀ ਅਸੀਂ 20,000 ਕਰੋੜ ਉੱਥੋਂ ਸਾਨੂੰ ਪਤਾ ਕਿੱਥੇ ਬਚਾਇਆ, 34,000 ਕਰੋੜ ਉੱਥੋਂ ਬਚਾਇਆ, 54,000 ਕਰੋੜ, ਕਿਉਂਕਿ ਮੈਂ ਅਪਰੋਕਸੀਮੇਟ ਕਹਿ ਰਿਹਾ ਬਈ ਇੰਨਾ ਕੁ ਉਹਨਾਂ ਨੇ ਇੱਕ ਨਿੱਜੀ ਚੈਨਲ ਦੀ ਇੰਟਰਵਿਊ ਦੇ ਦੌਰਾਨ ਕਿਹਾ ਸੀ ਵੀ इतना तो हम पहले ही 2 महीने पहले प्लानिंग करके चलते हैं, लेकर चलते हैं। ये तो आया पड़ा है हमारे पास। ਉਹ ਦਿਖਿਆ ਕਿਤੇ ਤੁਹਾਨੂੰ? ਨਹੀਂ, ਦਿਸ ਆਲ ਨੌਨਸੈਂਸ, ਐਬਸਰਡ। ਕੁਛ ਨਹੀਂ ਹੋਇਆ ਇਦਾਂ ਦਾ, ਨਾ ਹੋਣਾ ਆ। ਕਿਤੋਂ ਪੈਸਾ ਇਦਾਂ ਨਹੀਂ ਹੋਣਾ। ਕਹਿੰਦੇ ਮਨੀ ਡਜ਼ਨਟ ਗਰੋ ਔਨ ਆਰ ਟਰੀਜ਼। ਇਦਾਂ ਨਾ ਪੰਜਾਬ 'ਚ ਵੀ ਕਿਸੇ ਦਰਖਤਾਂ ਦੇ ਪੈਸੇ ਨਹੀਂ ਲੱਗਣੇ ਹੈਗੇ। ਪੰਜਾਬ ਦੇ ਜਿਹੜੇ ਰਿਸੋਰਸਿਸ ਆ, ਜਿਹੜਾ ਰੈਵਨਿਊ ਆ, ਉਸੇ ਤੋਂ ਹੀ ਮੈਨੇਜ ਕਰਕੇ ਕਰਨਾ ਪੈਣਾ। ਠੀਕ ਹੈ, ਬਿਜਲੀ ਫ੍ਰੀ ਆ, ਬਹੁਤ ਸਾਨੂੰ ਖੁਸ਼ੀ ਵਾਲੀ ਗੱਲ ਹੈ। ਲੋਕਾਂ ਨੂੰ ਇੱਕ ਬੜੀ ਰਿਲੀਫ ਮਿਲੀ ਆ। ਦੇਖੋ, ਇੱਕ ਆਮ ਜਿਹੜਾ ਬੰਦਾ, ਗਰੀਬ ਬੰਦਾ, ਤਬਕੇ ਵਾਲਾ ਬੰਦਾ, ਪੰਜਾਬ ਦਾ ਜਾਂ ਕਿਸੇ ਵੀ ਦੇਸ਼ ਦੇ ਕਿਸੇ ਵੀ ਹਿੱਸੇ ਦਾ, ਉਹਦਾ ਇੱਕ ਬਜਟ ਆ ਵੀ ਮੈਨੂੰ 10,000 ਰੁਪਏ ਤਨਖਾਹ ਮਿਲਦੀ ਆ, 15,000 ਤਨਖਾਹ ਮਿਲਦੀ ਆ, ਮੇਰੇ 2,500 3,000 ਬਿਜਲੀ ਤੇ ਜਾਂਦਾ ਹੈ, 500 ਪਾਣੀ ਤੇ ਜਾਂਦਾ ਹੈ। ਉਹਨੂੰ ਜੇ 2,500 ਤੋਂ ਲੈ ਕੇ 3,000 ਰੁਪਏ ਦੀ ਰਿਲੀਫ ਪਰ ਮੰਥ ਮਿਲ ਰਹੀ ਹੈ, ਦੈਟਸ ਵੈਰੀ ਗੁੱਡ ਥਿੰਗ। ਬਟ ਐਟ ਦ ਸੇਮ ਟਾਈਮ, ਜਿੱਦਾਂ ਹੁਣ ਤੁਸੀਂ ਦੇਖੋ ਵੀ ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ, ਸਾਡੇ ਪੰਜਾਬ ਦੇ ਭਰਾਵਾਂ ਨੂੰ ਬਿਜਲੀ ਫ੍ਰੀ ਸੀਗੀ। ਉਹਨੇ ਪੰਜਾਬ ਦੇ ਜਿਹੜਾ ਰੈਵਨਿਊ ਹੈ ਬਿਜਲੀ ਬੋਰਡ ਦਾ, ਉਹਨੂੰ ਕਾਫੀ ਖੋਰਾ ਲਾਇਆ। ਉਹ ਪਿਛਲੀਆਂ ਪੰਜਾਬ ਦੀਆਂ ਸਰਕਾਰਾਂ ਨੇ ਕੀ ਕੀਤਾ, ਉਹ ਘਾਟਾ ਪੂਰਾ ਕਰਨ ਵਾਸਤੇ ਜਿਹੜੇ ਬੰਦੇ ਬਿਜਲੀ ਦੇ ਬਿੱਲ ਦਿੰਦੇ ਆ, ਜਿਹੜੇ ਬੀਬੇ ਬੱਚੇ ਆ, ਜਿਹੜੇ ਲੋਕ ਲਾਅ ਅਬਾਈਡਿੰਗ ਆ, ਆਪਣਾ ਜਿੰਨੀ ਕੰਜ਼ਿਊਮ ਕਰਦੇ ਆ, ਉਹਦੇ ਬਿੱਲ ਸਮੇਂ ਸਿਰ ਭਰਦੇ ਆ, ਉਹਨਾਂ ਦੇ 1-1 2-2 ਰੁਪਏ ਵਧਾ ਕੇ ਉਹਨਾਂ ਨੇ 3,000 4,000 ਕਰੋੜ ਦਾ ਘਾਟਾ ਪੂਰਾ ਕੀਤਾ। ਠੀਕ ਹੈ ਨੇ? ਉਹਨਾਂ ਦੇ ਸਿਰੋਂ ਜਿਹੜੇ ਕਮਰਸ਼ੀਅਲ ਯੂਜ਼ਰ ਹੈ ਜਾਂ ਰੈਜ਼ੀਡੈਂਸ਼ੀਅਲ ਯੂਜ਼ ਕਰਦੇ, ਉਹਨਾਂ ਦੇ ਸਿਰੋਂ ਘਾਟਾ ਪੂਰਾ ਕੀਤਾ। ਹੁਣ ਇਹਨਾਂ ਨੇ ਜਿਨ੍ਹਾਂ ਦੇ ਸਿਰੋਂ ਘਾਟਾ ਪੂਰਾ ਕਰਨਾ ਸੀ, ਉਹਨਾਂ ਨੂੰ 200 ਯੂਨਿਟ ਫ੍ਰੀ ਕਰ ਦਿੱਤੇ। ਦੈਟ ਮੀਨਸ ਜਿਹੜਾ ਘਾਟਾ, ਜਿਹੜੇ ਬੰਦੇ 200 ਤੋਂ ਵੱਧ ਕੰਜ਼ਿਊਮ ਕਰਨਗੇ, ਜਾਂ ਜਿਨ੍ਹਾਂ ਦੇ ਘਰੇ ਏਸੀ ਲੱਗੇ ਹੋ, ਜਾਂ ਜਿਹਨੂੰ ਅਸੀਂ ਪ੍ਰਫੁੱਲਤ ਵਰਗ ਕਹਿੰਦੇ ਆ, ਪੰਜਾਬ ਜਿਹੜਾ ਮੱਧਮ ਵਰਗ ਤੋਂ ਥੋੜ੍ਹਾ ਉੱਪਰ ਵਾਲਾ, ਉਹ ਭਰਨਗੇ। ਫਿਰ 200 ਯੂਨਿਟ ਹੈ ਮੇਰੇ ਖਿਆਲ ਨਾਲ, 200 ਯੂਨਿਟ ਹੈ ਪੰਜਾਬ ਦੇ ਵਿੱਚ, 200 ਯੂਨਿਟ ਪਰ ਮੰਥ ਹੈ। ਤੇ ਜਿਹੜਾ ਇਹ ਘਾਟਾ ਜਿਹੜਾ ਬਿਜਲੀ ਬੋਰਡ ਨੂੰ ਹੋਣਾ, ਉਹ ਪੂਰਾ ਕਰਨਗੇ। ਜੇ ਉਹ ਅੱਜ 5 ਰੁਪਏ ਯੂਨਿਟ ਪਰ ਯੂਨਿਟ ਬਿੱਲ ਦੇ ਰਹੇ ਆ, ਉਹਨੂੰ 7 ਰੁਪਏ ਪੈ ਜਾਣਾ ਹੈ। ਕਿੱਥੋਂ ਜਾਣਾ ਇਹਨਾਂ ਨੇ? 1 ਮਹੀਨਾ, 2 ਮਹੀਨੇ, 3 ਮਹੀਨੇ, 5 ਮਹੀਨੇ ਜੋ ਸਰਕਾਰ ਨੇ ਦੇਖਣਾ ਵੀ ਬੈਲੈਂਸ ਆਫ ਪੇਮੈਂਟਸ ਪਿਆ ਹੋਇਆ, ਜਿੱਥੋਂ ਕੋਲਾ ਆ ਰਿਹਾ ਪਿੱਛੇ, ਉਹ ਪੈਸਾ ਦੇਣਾ ਉਹਦਾ, ਤੇ ਥਰਮਲ ਪਲਾਂਟ ਕਿੱਥੋਂ ਚੱਲਣਗੇ? ਤੇ ਜਦੋਂ ਉਹ ਨਹੀਂ ਪੇਮੈਂਟਸ ਕਰਨੀਆਂ, ਫਿਰ ਇਹਨਾਂ ਨੂੰ ਇੱਕ ਮਹੀਨੇ ਲਈ ਪੈਸੇ ਕਿੱਥੋਂ ਮਿਲਣੇ? ਨਹੀਂ, ਤੁਸੀਂ ਕੋਇਲਾ, ਥਰਮਲ ਪਲਾਂਟ, ਬਿਜਲੀ ਦੇ ਬਿੱਲਾਂ ਦਾ ਤਾਂ ਛੱਡੋ ਨਾ, ਲੇਕਿਨ ਸੁਖਵਿੰਦਰ ਭਾਜੀ, ਤੁਸੀਂ ਇਹ ਦੇਖੋ ਜਿਹੜੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਤੁਸੀਂ ਉਹਨਾਂ ਦਾ ਖਰਚਾ ਦੇਖੋ ਨਾ। ਇੱਕ ਦਿਨ ਦਾ ਕਰੋੜਾਂ ਦਾ ਖਰਚਾ ਹੈ ਪੰਜਾਬ ਦੇ ਵਿੱਚ ਦੇ ਰਹੇ ਹੋ ਤੁਸੀਂ। ਉਹ ਅਲੱਗ ਗੱਲ ਹੈ, ਜਿਹੜਾ ਕੰਮ ਨਹੀਂ ਵੀ ਹੋਇਆ ਵੀ ਇੰਨੇ ਮੈਡੀਕਲ ਕਾਲਜ, ਇਹ ਚੰਨੀ ਸਾਹਿਬ ਨੂੰ ਕਹਿੰਦੇ ਸੀਗੇ ਵੀ 36,000 ਪੱਕੇ ਕਿੱਥੇ ਹੈ। ਹੁਣ ਇਹ ਮੈਡੀਕਲ ਕਾਲਜਾਂ ਦੇ ਪੋਸਟਰ ਲਾਈ ਫਿਰਦੇ ਆ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈਗਾ ਵੀ ਬਣੇ ਕਿੱਥੇ, ਦਿਖਾਓ। ਤੇ ਤੇਰੇ ਹੋਰ ਜਿਹੜੇ ਸੂਬਿਆਂ ਦੇ ਵਿੱਚ ਐਡਾਂ ਜਾ ਰਹੀਆਂ ਨੇ, ਖਰਚਾ ਕਿੱਥੋਂ ਪੂਰਾ ਕਰਾਂਗੇ? ਇਹ ਤੁਸੀਂ ਬਹੁਤ ਅੱਛਾ ਕੀਤਾ। ਮੈਂ ਤੁਹਾਨੂੰ ਕਹਿੰਦਾ ਐਵੀਡੈਂਸ ਦਿਖਾਉਣਾ। ਮੈਨੂੰ ਮੇਰੇ ਕਿਸੇ ਮਿੱਤਰ ਨੇ ਗੁਜਰਾਤ ਦੀ ਇਲੈਕਸ਼ਨ 'ਚ ਭੇਜਿਆ। ਇਹ ਆਪਣੇ ਸਰਦਾਰ, ਸਾਡੇ ਮਾਨਯੋਗ ਮੁੱਖ ਮੰਤਰੀ ਆ, ਇਹਨਾਂ ਨੇ ਕਿੱਦਾਂ ਮਤਲਬ ਪੰਜਾਬ ਦਾ ਜਿਹੜਾ ਖਜ਼ਾਨਾ ਖਾਲੀ ਕਰ ਰਹੇ ਆ, ਸਿਰਫ ਆਪਣੇ ਸਿਆਸੀ ਜਿਹੜੇ ਉਹਨਾਂ ਨੂੰ ਖੁਸ਼ ਕਰਨ ਵਾਸਤੇ। ਹਾਂਜੀ, ਜਿਨ੍ਹਾਂ ਨੇ ਇਹਨਾਂ ਨੂੰ ਇਹ ਤਾਜ ਬਖਸ਼ਿਆ ਆ ਦੇਖੋ, ਇਹ ਇੱਕ ਕੱਛ ਮਿੱਤਰ ਇੱਕ ਅਖਬਾਰ ਹੈ ਗੁਜਰਾਤੀ ਦੀ। ਆਹ ਦੇਖੋ, ਤੁਸੀਂ ਦਰਸ਼ਕਾਂ ਨੂੰ ਵੀ ਮੈਂ ਦਿਖਾ ਦੇਣਾ। ਇਹ ਇੱਕ ਕੋਈ ਬਹੁਤ ਵੱਡੀ, ਕੋਈ ਫੇਮਸ ਨਿਊਜ਼ਪੇਪਰ ਨਹੀਂ ਹੈ। ਇਹ ਛੋਟੀ ਇੱਕ ਰੀਜਨ ਦੀ ਹੈ, ਜਿੱਦਾਂ ਸਾਡੇ ਅੰਮ੍ਰਿਤਸਰ ਦੀ ਕੋਈ ਅਖਬਾਰ ਹੋਵੇ, ਸਾਡੀ ਲੋਕਲ ਅਖਬਾਰ ਹੈ, ਜਾਂ ਸਾਡੇ ਜਿਵੇਂ ਅੰਮ੍ਰਿਤਸਰ ਦੀ, ਜਲੰਧਰ ਦੀ,
ਫਿਰੋਜ਼ਪੁਰ ਦੀ, ਫਰੀਦਕੋਟ ਦੀ, ਹੁਸ਼ਿਆਰਪੁਰ ਦੀ, ਕਿਤੇ ਕੋਈ ਕਿਸੇ ਕਸਬੇ ਦੀ ਅਖਬਾਰ ਦੀ ਅਖਬਾਰ ਹੋਵੇ, ਉਹਦੇ ਵਿੱਚ ਤੁਸੀਂ ਫੁੱਲ ਪੇਜ ਫਰੰਟ ਐਡ ਦਿੱਤੀ ਹੋਈ ਆ ਪੰਜਾਬ ਦੇ ਲੋਕ ਸੰਪਰਕ ਵਿਭਾਗ ਵੱਲੋਂ। ਆ ਤੁਸੀਂ ਦੇਖ ਸਕਦੇ ਆ, ਜੀ ਸੂਚਨਾ ਅਤੇ ਪ੍ਰਸਾਰਣ ਵਿਭਾਗ, ਹਾਂਜੀ, ਗੁਜਰਾਤੀ ਵਿੱਚ ਲਿਖਿਆ ਹੋਇਆ। ਇਹ ਇਦਾਂ ਦੀ ਐਡ ਜਿਹੜੀ ਆ ਤੁਸੀਂ ਦੇਖੋ, ਇਹ ਜਿਹੜੀ ਐਡ ਆ ਦੇਖੋ, ਗੁਜਰਾਤ ਦੇ ਵਿੱਚ ਗਲੀ ਗਲੀ ਘੁੰਮੀ ਇਹ ਐਡ। ਤੁਸੀਂ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਕਿੰਨਾ ਖੋਰਾ ਲੱਗਾ ਤੁਸੀਂ ਦੇਖੋ। ਤੇ ਜਿਹੜੀ ਕਹਿੰਦੇ ਨੇ ਲਾੜਾ ਕੋਈ ਤੇ ਜੁੱਤੀਆਂ ਕੋਈ ਤੜਾ ਰਿਹਾ ਆਪਣੀਆਂ, ਸਮਝੇ ਨਾ। ਵੈਸੇ ਤਾਂ ਪੰਜਾਬੀਆਂ ਨੂੰ ਸਮਝਣਾ ਨਹੀਂ ਚਾਹੀਦਾ ਹੈ ਬਈ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਉਹ ਪੰਜਾਬੀ ਭਰ ਰਹੇ ਨੇ, ਟੈਕਸ ਦੇ ਰਹੇ ਨੇ, ਮਿਹਨਤ ਦੀ ਕਮਾਈ ਹੈ। ਤੇ ਹੁਣ ਸਿਰਫ ਇੱਕ ਪਾਰਟੀ ਨੂੰ ਜਾਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਚਮਕਾਉਣ ਦੇ ਲਈ ਪੂਰੇ ਦੇਸ਼ ਦੇ ਵਿੱਚ, ਹੁਣ ਕੇਜਰੀਵਾਲ ਸਾਹਿਬ ਨੂੰ ਤਾਂ ਪਤਾ ਵੀ ਅਸੀਂ ਪੱਲੋਂ ਕਿਉਂ ਖਰਚੀ ਹੈ। ਹੁਣ ਸਾਡੇ ਕੋਲ ਇੱਕ ਸਟੇਟ ਆ ਗਈ ਹੈ, ਪੰਜਾਬ ਆ ਗਈ ਸਾਡੇ ਕੋਲ, ਅਸੀਂ ਹੁਣ ਪੰਜਾਬ ਦੇ ਲੋਕਾਂ ਦਾ ਖਜ਼ਾਨਾ ਵਰਤੀਏ। ਔਰ ਤਰਕੀਬ ਕੀ ਹੈ? ਤਰਕੀਬ ਇਹ ਹੈ ਵੀ ਹੁਣ ਚਿਹਰਾ ਆਪਣਾ ਨਾ ਲਾਈਏ, ਭਗਵੰਤ ਮਾਨ ਦਾ ਲਾ ਦਿੰਦੇ ਹਾਂ। ਭਗਵੰਤ ਮਾਨ ਸਾਹਿਬ ਦਾ ਚਿਹਰਾ ਯੂਜ਼ ਕਰਕੇ ਤੇ ਖਜ਼ਾਨਾ ਸਾਰਾ ਪੰਜਾਬੀਆਂ ਦਾ ਵਰਤਿਆ ਜਾ ਰਿਹਾ ਹੈ, ਖੋਰੂ ਉੱਥੇ ਲਾਇਆ ਜਾ ਰਿਹਾ। ਬਿਲਕੁਲ, ਇਹ ਇਸ ਕਰਕੇ ਸ਼ੁਰੂ ਹੋਇਆ ਜਿਹੜਾ ਚਿਹਰਾ ਤੁਸੀਂ ਗੱਲ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਨ ਹੁਣ ਦਾ, ਕਿਉਂਕਿ ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਹੋਇਆ ਸੀਗਾ ਕੇਜਰੀਵਾਲ ਜੀ ਦਾ ਵੀ ਤੁਸੀਂ ਪੈਸੇ ਵੀ ਪੰਜਾਬ ਦੇ ਯੂਜ਼ ਕਰ ਰਹੇ ਆ, ਰਿਸੋਰਸ ਵੀ ਪੰਜਾਬ ਦੇ ਯੂਜ਼ ਕਰਦੇ ਆ। ਸਾਡਾ ਮੁੱਖ ਮੰਤਰੀ ਕਿਤੇ ਦਿਖਦਾ ਹੀ ਨਹੀਂ ਹੈ ਕਿਤੇ ਵੀ। ਤੁਸੀਂ ਦੇਖਿਆ ਹੋਣਾ ਇੱਕ ਰੋਡ ਸ਼ੋਅ ਹੋਇਆ ਸੀਗਾ, ਉਹਦੇ 'ਚ ਸਾਰਾ ਜਿਹੜਾ ਕੈਵਲਕੇਡ ਸੀਗਾ, ਕਾਫਲਾ ਸਾਰਾ ਪੰਜਾਬ ਦਾ ਸੀਗਾ, ਪੰਜਾਬ ਦੀਆਂ ਗੱਡੀਆਂ ਸੀ, ਪੰਜਾਬ ਦੀ ਪੁਲਿਸ ਸੀ ਸਾਰੀ। ਉੱਪਰ ਜਿਹੜਾ ਉਹਦੇ 'ਚੋਂ ਨਿਕਲ ਕੇ ਬਾਹਰ ਕੇਜਰੀਵਾਲ ਜੀ ਲੋਕਾਂ ਨੂੰ ਵੇਵ ਕਰ ਰਹੇ ਸੀਗੇ ਤੇ ਭਗਵੰਤ ਮਾਨ ਜੀ ਪਿੱਛੇ ਬੈਠੇ ਸੀਗੇ। ਲਟਕੇ ਹੋਏ ਸੀ? ਨਹੀਂ, ਉਹ ਲਟਕੇ ਉਸ ਤੋਂ ਬਾਅਦ ਆ, ਪਹਿਲਾਂ ਪਿੱਛੇ ਬੈਠੇ ਸੀ। ਫਿਰ ਕਿਸੇ ਨੇ ਕਿਹਾ ਯਾਰ ਤੁਸੀਂ ਵੀ ਆਓ ਬਾਹਰ। ਉਹ ਜਿੱਦਾਂ 4-5 ਬੰਦੇ ਸਿਕਿਉਰਿਟੀ ਵਾਲੇ ਲਟਕੇ ਹੋਏ ਸੀ ਨਾਲ, ਬਹੁਤ ਹੀ ਹਾਸੋਹੀਣੀ ਸਥਿਤੀ ਸੀ। ਪੰਜਾਬ ਦੇ ਮੁੱਖ ਮੰਤਰੀ ਉਹ ਵੀ ਨਾਲ ਇਦਾਂ ਕਾਰ ਦੇ ਲਟਕੇ ਹੋਏ ਸੀ ਤੇ ਕੇਜਰੀਵਾਲ ਜੀ ਬੜੇ ਟੌਰ ਨਾਲ ਇਦਾਂ ਬੈਠੇ ਸੀ ਵਿੱਚ। ਉਹ ਸਾਰੀ ਕ੍ਰਿਟਿਸਿਜ਼ਮ ਤੋਂ ਬਾਅਦ ਇਹਨਾਂ ਨੇ ਫਿਰ ਇਹਨਾਂ ਦੀ ਫੋਟੋ ਲਾਉਣੀ ਸ਼ੁਰੂ ਕੀਤੀ, ਕਿਉਂਕਿ ਪੈਸੇ ਤਾਂ ਪੰਜਾਬ ਦੇ ਜਾ ਰਹੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਲਾ ਕੇ ਕੰਮ ਉਹ ਆਪਣਾ ਕਰ ਰਹੇ ਆ, ਕੰਮ ਚਮਕਾ ਰਹੇ ਕੋਈ। ਤੇ ਇਹ ਆਪਣੇ ਪੈਸੇ ਸਾਡੇ ਪੰਜਾਬ ਦੇ ਜਿਹੜੇ ਸੂਬੇ ਦੇ ਲੱਗ ਰਹੇ ਆ ਤੇ ਸਰਮਾਇਆ ਪੰਜਾਬ ਦਾ ਲੱਗ ਰਿਹਾ ਤੇ ਲੀਡਰ ਕੋਈ ਬਣ ਰਿਹਾ ਤੇ ਉਹ ਦਿੱਲੀ ਦੇ ਪੈਸੇ ਖਰਚੋ, ਸਾਨੂੰ ਕੀ ਆਬਜੈਕਸ਼ਨ ਹੈ? ਤੁਸੀਂ ਦਿੱਲੀ ਸਰਕਾਰ ਦੇ ਬੰਦੇ ਆ, ਤੁਸੀਂ ਆਪਣੀ ਕੱਲ ਨੂੰ 2024 ਚ ਆਪਣੇ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਤੁਸੀਂ ਖਾਬ ਦੇਖ ਰਹੇ ਆ, ਤੁਸੀਂ ਦਿੱਲੀ ਦੇ ਪੈਸੇ ਖਰਚੋ। ਤੁਸੀਂ ਪੰਜਾਬੀਆਂ ਦੇ ਸਿਰ ਤੇ ਬਣਨਾ ਹੈ ਨਾ ਜੀ, ਪੰਜਾਬੀਆਂ ਦੇ ਸਿਰ ਤੇ ਬਣਨਾ। ਤੇ ਜੇ ਪੰਜਾਬੀ ਤਿਆਰ ਹੈ ਇਸ ਕੰਮ ਲਈ, ਪੰਜਾਬ ਦਾ ਪੈਸਾ ਲਾ ਕੇ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਬਣਾਉਣ ਲਈ, ਤਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਹੋਰ ਕੀ ਕਹਿ ਸਕਦੇ ਇਸ ਤੋਂ ਵੱਧ ਅਸੀਂ। ਅੱਛਾ, ਦੂਜੀ ਗੱਲ, ਇੱਕ ਨਵਾਂ ਜਿਹੜਾ ਆਰਡਰ ਆਇਆ ਹੈ, ਕਹਿੰਦੇ ਮੈਰਿਜ ਪੈਲਸਾਂ ਤੋਂ ਬਾਹਰ ਪੁਲਿਸ ਵਾਲੇ ਨਾਕੇ ਲਾ ਕੇ ਖੜਦੇ ਆ ਹੁਣ। ਉਹ ਜਿਹੜਾ ਤੁਹਾਡੀ ਬਰੀਥ ਜਿਹੜਾ ਟੈਸਟ ਕਰਨ ਦੇ ਲਈ ਬ੍ਰੈਥ ਐਨਾਲਾਈਜ਼ਰ ਲੈ ਕੇ ਖੜਦੇ ਨੇ ਤੇ ਕਹਿੰਦੇ ਜਿੰਨੇ ਵੀ ਲੋਕ ਨਿਕਲਣਗੇ ਸਾਰਿਆਂ ਦਾ ਟੈਸਟ ਕਰਾਂਗੇ ਜੀ। ਇਹ ਵੀ ਬੜੀ ਇੱਕ ਦੇਖੋ, ਕਹਿੰਦੇ ਨਾ ਵੀ 1 2 3, ਇਹ ਤਾਂ ਰੋਜ਼ ਹਾਸੋਹੀਣੀ ਸਥਿਤੀ ਪੈਦਾ ਹੋ ਰਹੀ ਪੰਜਾਬ ਦੇ ਵਿੱਚ। ਰੋਜ਼ ਹੀ ਜਿਵੇਂ ਹੁੰਦਾ ਇਮੈਚੁਰ ਬੰਦੇ ਕਹਿੰਦੇ ਨਾ ਵੀ elect a clown and expect a circus. This is what is happening in ਪੰਜਾਬ। ਰੋਜ਼ ਹਾਸਾ ਆ ਰਿਹਾ ਲੋਕਾਂ ਨੂੰ। ਦੇਖੋ, ਸਰਕਾਰ ਚਲਾਉਣ ਲਈ ਤਾਂ ਕੋਈ ਬ੍ਰੈਥ ਐਨਾਲਾਈਜ਼ਰ ਨਹੀਂ ਆ, ਜਿਨ੍ਹਾਂ ਦੇ ਹੱਥ ਵਿੱਚ ਸੂਬੇ ਦੀ ਵਾਗਡੋਰ ਆ, ਸਟੀਅਰਿੰਗ ਜਿਨ੍ਹਾਂ ਦੇ ਹੱਥ ਪੰਜਾਬ ਦਾ ਆ, ਉਹਨਾਂ ਦਾ ਬ੍ਰੈਥ ਐਨਾਲਾਈਜ਼ਰ ਤਾਂ ਹੋ ਨਹੀਂ ਰਿਹਾ ਵੀ 9 ਵਜੇ ਸਵੇਰੇ ਆਉਂਦੇ ਆ ਵੀ ਭਾਈ ਸਾਹਿਬ ਥੋੜਾ ਜਿਹਾ ਫੂਕ ਮਾਰ ਦਿਓ ਵੀ ਤੁਸੀਂ ਠੀਕ ਠਾਕ ਵੀ ਹੈ ਕਿ ਨਹੀਂ। ਉਹ ਤਾਂ ਨਹੀਂ ਹੋ ਰਿਹਾ। ਜਿਸ ਬੰਦੇ ਨੇ ਕਾਰ ਚਲਾਉਣੀ ਜਾਂ ਕਾਰ ਦੇ ਨਾਲ ਬੈਠਾ ਉਹਦਾ ਬ੍ਰੈਥ ਐਨਾਲਾਈਜ਼ਰ ਹੋ ਰਿਹਾ। ਇਹ ਬੜੀ ਹਾਸੋਹੀਣੀ ਸਥਿਤੀ ਆ ਪੰਜਾਬ ਦੇ ਵਿੱਚ। ਮੈਂ ਇੱਕ ਗੱਲ ਕਲੀਅਰ ਕਰਾਂ ਵੀ ਇੱਥੇ ਨਾ ਤਾਂ ਸੁਖਵਿੰਦਰ ਸਿੰਘ ਦੁਆਬੀ ਭਾਜੀ ਤੇ ਨਾ ਅਸੀਂ ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਸਹੀ ਕਹਿ ਰਹੇ ਹਾਂ, ਬਿਲਕੁਲ ਗਲਤ ਹੈ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸ਼ਰਾਬ ਹੀ ਬੰਦ ਕਰੋ। ਇੰਨਾ ਤੁਹਾਨੂੰ ਸ਼ਰਾਬ ਵਾਲਿਆਂ ਤੋਂ ਇੰਨਾ ਤੁਸੀਂ ਪਰੇਸ਼ਾਨ ਹੋ, ਜੇ ਤੁਹਾਨੂੰ ਲੱਗਦਾ ਵੀ ਠੀਕ ਨਹੀਂ ਹੈ, ਠੇਕੇ ਬੰਦ ਕਰੋ, ਸ਼ਰਾਬ ਬੰਦ ਕਰੋ। ਪਰ ਸਵਾਲ ਇਹ ਹੈ, ਜਿਵੇਂ ਹੁਣ ਸੁਖਵਿੰਦਰ ਭਾਜੀ ਨੇ ਵੀ ਕਿਹਾ ਹੈ ਵੀ ਸ਼ਰਾਬ ਪੀ ਕੇ ਗੱਡੀ ਦੀ ਸਟੀਅਰਿੰਗ ਵਾਲੀ ਸੀਟ ਤੇ ਬੈਠ ਕੇ ਗੱਡੀ ਦਾ ਸਟੀਅਰਿੰਗ ਸਾਂਭਣਾ ਉਹ ਤਾਂ ਮਨਾ ਹੈ, ਉਹ ਗਲਤ ਹੈ। ਪਰ ਕੀ ਸ਼ਰਾਬ ਪੀ ਕੇ ਸੂਬੇ ਦਾ ਸਟੀਅਰਿੰਗ ਜੇਕਰ ਕੋਈ ਬੰਦਾ ਸਾਂਭੇ ਤਾਂ ਕੀ ਉਹ ਠੀਕ ਹੈ? ਇਹ ਪੰਜਾਬੀ ਦੱਸਣ। ਲੇਕਿਨ ਕਹਿੰਦੇ ਸੀ ਇਹ ਤਾਂ ਮਾਂ ਦੀ ਸਹੁੰ ਖਾਈ ਹੈ, ਕਹਿੰਦੇ ਛੱਡਤੀ ਹੈ। ਇੱਕ ਬਰਨਾਲੇ ਪਤਾ ਨਹੀਂ ਕਿੱਥੇ ਰੈਲੀ ਵੀ ਉਹ ਬਹੁਤ ਵੱਡੀ ਕੀਤੀ ਸੀ, ਸ਼ਰਾਬ ਛਡਾਓ ਰੈਲੀ। ਮੈਂ ਦੱਸਦਾ, ਜਦੋਂ ਆਪਣੇ ਗੱਲ ਚੱਲੀ ਸੀ 3-4 ਸਾਲ ਪੁਰਾਣੀ ਗੱਲ ਆ, ਫਿਰ ਭਗਵੰਤ ਮਾਨ ਜੀ ਨੂੰ ਪ੍ਰਧਾਨ ਬਣਾਓ ਪੰਜਾਬ ਦਾ, ਤਾਂ ਕਿ ਉਹ ਅਲਟੀਮੇਟਲੀ ਫਿਰ ਜਦੋਂ 2022 ਚ ਇਲੈਕਸ਼ਨ ਹੋਵੇ ਤਾਂ ਸੂਬੇ ਦੇ ਮੁੱਖ ਮੰਤਰੀ ਦੇ ਉਮੀਦਵਾਰ ਹੋਣ। ਤੇ ਉਹਨਾਂ ਨੇ ਕੇਜਰੀਵਾਲ ਦੀ ਜਿਹਦੀ ਮੌਜੂਦਗੀ ਦੇ ਵਿੱਚ ਕਸਮ ਖਾਧੀ ਸੀ ਵੀ ਮੈਂ ਆਪਣੀ ਮਾਂ ਦੀ ਸਹੁੰ ਖਾ ਕੇ ਕਹਿੰਦਾ ਮੈਂ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਾਉਂਗਾ। ਤੇ ਕੇਜਰੀਵਾਲ ਜੀ ਦੀ ਜਿੱਦਾਂ ਡਰਾਮਾ ਕਰਨ ਦੀ ਕੁਦਰਤੀ ਤੌਰ ਤੇ ਆਦਤ ਹੈ, ਹਰ ਚੀਜ਼ ਨੂੰ ਡਰਾਮੇਟਾਈਜ਼ ਕਰਦੇ ਆ। ਉਹਨਾਂ ਨੇ ਕਿਹਾ ਜੀ ਭਗਵੰਤ ਮੇਰਾ ਛੋਟਾ ਭਰਾ ਹੈ, ਮੇਰੀਆਂ ਅੱਜ ਅੱਖਾਂ 'ਚ ਆਂਸੂ ਆ ਗਏ, ਹੰਝੂ ਆ ਗਏ। ਜਿੱਦਾਂ ਸ਼ਹੀਦ ਭਗਤ ਸਿੰਘ ਨੇ ਪ੍ਰਤਿੱਗਿਆ ਕੀਤੀ ਸੀ ਦੇਸ਼ ਦੀ ਸੇਵਾ ਕਰਨ ਦੀ, ਭਗਤ ਸਿੰਘ ਜੀ ਦੇ ਕਦਮ ਚਿੰਨ੍ਹਾਂ ਤੇ ਚੱਲਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਸਹੁੰ ਖਾਧੀ ਆ ਪੰਜਾਬੀਆਂ ਦੀ ਸੇਵਾ ਲਈ, ਆਪਣੀ ਜਾਨ ਕੁਰਬਾਨ ਕਰਨ ਲਈ। ਤੁਸੀਂ ਦੇਖੋ, ਇੱਕ ਬੰਦਾ ਸ਼ਰਾਬ ਛੱਡਣ ਵਾਸਤੇ ਕਹਿ ਰਿਹਾ, ਉਹਨੂੰ ਕਹਿ ਰਿਹਾ ਆਪਣੀ ਜਾਨ ਦੀ ਬਾਜੀ ਲਾਉਣ ਵਾਸਤੇ ਇਹ ਆਏ ਆ। ਉਹਨਾਂ ਨੇ ਕਿਹਾ ਸੀ, ਜੇਕਰ ਮੈਨੂੰ ਯਾਦ ਮੈਂ ਗਲਤ ਨਾ ਹੋਵਾਂ,
ਕਿ ਪੰਜਾਬ ਦੇ ਲਈ, ਪੰਜਾਬੀਆਂ ਦੇ ਲਈ ਭਗਵੰਤ ਮਾਨ ਨੇ ਸ਼ਰਾਬ ਛੋੜ ਦੀ, ਆਪਣੀ ਮਾਂ ਕੀ ਕਸਮ ਖਾਈ ਹੈ, ਇਦਾਂ ਕੁਝ ਸ਼ਾਇਦ ਬੋਲਿਆ। ਤਾਂ ਕੁਝ ਕਿਹਾ ਸੀ, ਇਹੀ ਕਿਹਾ ਸੀ, ਨਾਲੇ ਸਰਦਾਰ ਭਗਤ ਸਿੰਘ ਉਹਦੇ ਨਾਲ ਵੀ ਕੰਪੇਅਰ ਕੀਤਾ ਸੀਗਾ ਬਈ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਨੇ ਕੁਰਬਾਨੀ ਕਿਉਂ ਦਿੱਤੀ ਸੀ, ਠੀਕ ਹੈ, ਤੇ ਇੱਥੇ ਇਹ ਕਹਿ ਰਹੇ ਨੇ ਕੁਰਬਾਨੀ ਦਿੱਤੀ ਹੈ ਭਗਵੰਤ ਮਾਨ ਸਾਹਿਬ ਨੇ, ਸ਼ਰਾਬ ਛੱਡਤੀ ਪੰਜਾਬ ਦੇ ਲਈ, ਬਹੁਤ ਵੱਡਾ ਤੀਰ ਮਾਰ ਲਿਆ। ਕੇਜਰੀਵਾਲ ਸਾਹਿਬ ਨੂੰ ਇਹ ਕਹਿੰਦਿਆਂ ਨੂੰ ਵੀ ਸ਼ਰਮ ਨਹੀਂ ਆਈ। ਤੇ ਮੇਰੇ ਖਿਆਲ 'ਚ ਰੈਲੀ ਦਾ ਪ੍ਰਧਾਨ ਪ੍ਰਧੂਨ ਵਾਸਤੇ ਚਲੋ ਕਾਹਨੂੰ ਸੀਗੀ, ਉਹ ਮੇਰੇ ਖਿਆਲ 'ਚ ਬੇਸਿਕਲੀ ਉਹਦਾ ਨਾਮ ਗਲਤ ਰੱਖਤਾ ਇਹਨਾਂ ਨੇ, ਹੋਣਾ ਚਾਹੀਦਾ ਸੀਗਾ ਸ਼ਰਾਬ ਛੁਡਾਓ ਰੈਲੀ। ਉਹ ਤੋਂ ਬਾਅਦ ਵੀ ਛੁੱਟੀ ਹੈ ਕਿ ਨਹੀਂ, ਇਹ ਕੋਈ ਗਰੰਟੀ ਹੈ? ਉਸ ਤੋਂ ਬਾਅਦ ਬੜੀਆਂ ਫੋਟੋਆਂ ਆ ਰਹੀਆਂ, ਆਪਣੇ ਗੁਰਦੁਆਰਾ ਸਾਹਿਬ ਗਏ, ਕਿਸੇ ਦਮਦਮਾ ਸਾਹਿਬ ਗਏ ਆ, ਉਹਦੇ 'ਚ ਇਨੈਬਰੇਟਡ ਸਟੇਟ ਸੀ, ਲੋਕਾਂ ਨੇ ਫੋਟੋਆਂ ਖਿੱਚ ਕੇ ਪਾਤੀਆਂ। ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਇਆ ਸੀ ਇਲੈਕਸ਼ਨ ਤੋਂ ਪਹਿਲਾਂ, ਉਹ 4-5 ਸਿਕਿਉਰਿਟੀ ਵਾਲੇ ਬੰਦੇ ਨੂੰ ਸੰਭਾਲ ਰਹੇ ਆ, ਹੀ ਵਾਸ ਨਾਟ ਇਵਨ ਬੈਲੈਂਸਿੰਗ। ਉਹ ਸ਼ਾਇਦ ਪੁਰਾਣਾ ਸੀ। ਅੱਛਾ, ਉਹ ਉਸ ਤੋਂ ਪਹਿਲਾਂ ਦਾ ਅੱਛਾ, ਲੇਕਿਨ ਉਸ ਤੋਂ ਬਾਅਦ ਇੱਕ ਬਿਆਨ ਜ਼ਰੂਰ ਆਇਆ ਹੈ, ਉਸ ਬਿਆਨ ਨੂੰ ਸੁਣ ਕੇ ਮੈਨੂੰ ਸ਼ੱਕ ਹੁੰਦਾ ਹੈ। ਗੁਜਰਾਤ ਇਲੈਕਸ਼ਨਸ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ ਵੀ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਕੈਲੀਫੋਰਨੀਆ ਦੇ ਵਿੱਚ। ਗੁਜਰਾਤ 'ਚ ਇਹ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੇ ਗੱਲ ਕਹੀ ਹੈ, ਉੱਥੇ ਮੈਨੂੰ ਸ਼ੱਕ ਹੋਇਆ ਗੁਜਰਾਤ ਦਾ ਡਰਾਈ ਸਟੇਟ ਹੈ, ਪਰ ਇਹ ਬਿਆਨ ਜਿਹੜਾ ਹੈਗਾ ਉਹ ਬਿਨਾਂ ਮੇਰੇ ਖਿਆਲ 'ਚ ਖਾਧੀ ਪੀਤੀ ਤਾਂ ਹੋ ਨਹੀਂ ਸਕਦਾ। ਇਹ ਵੀ ਹੁਣ ਦੇਖੋ ਮੈਟਰ ਆਫ ਇਨਵੈਸਟੀਗੇਸ਼ਨ ਆ ਵੀ ਜੇ ਉਹ ਡਰਾਈ ਸਟੇਟ ਹੈ, ਗੁਜਰਾਤ ਤਾਂ ਡਰਾਈ ਸਟੇਟ ਹੈ, ਐਵਰੀਬਾਡੀ ਨੋਜ਼ ਅਬਾਊਟ ਦੈਟ, ਵੀ ਜੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਸ ਕੰਡੀਸ਼ਨ ਦੇ ਵਿੱਚ ਇਹ ਬਿਆਨ ਦਿੱਤਾ ਆ ਤੇ ਉਹ ਕਿੱਦਾਂ ਲੈ ਕੇ ਸਮਾਨ ਕਿੱਦਾਂ ਲੈ ਕੇ ਗਏ? ਕਿਉਂਕਿ ਡੀਜੀਪੀ ਸਾਹਿਬ ਨੇ ਵੀ ਬਿਆਨ ਨਹੀਂ ਦਿੱਤਾ ਸੀ ਹਾਲ ਤੱਕ, ਤਾਂ ਡੀਜੀਪੀ ਪੁਲਿਸ ਮੁਖੀ ਬਿਆਨ ਨਹੀਂ ਦੇ ਰਿਹਾ। ਭਗਵੰਤ ਮਾਨ ਸਾਹਿਬ ਨੂੰ ਗੁਜਰਾਤ ਬੈਠਿਆਂ ਨੂੰ ਪਤਾ ਲੱਗਿਆ ਹੈ। ਮੇਰੇ ਖਿਆਲ ਤੁਹਾਡੇ ਵੀ ਸੋਰਸਿਸ ਬੜੇ ਤਗੜੇ ਨੇ, ਕੁਝ ਲੱਗਿਆ ਪਤਾ? ਜੀ ਇਹ ਦੇਖੋ, ਇਹਨਾਂ ਦੇ ਜਿਹੜੇ ਇਹਨਾਂ ਦੀ ਸੋਰਸ ਆਫ ਇਨਫੋਰਮੇਸ਼ਨ ਆ, ਸਾਡੇ ਮਾਨਯੋਗ ਮੁੱਖ ਮੰਤਰੀ ਜੀ, ਉਹ ਅਖਬਾਰਾਂ ਆ। ਅਖਬਾਰਾਂ ਨੇ ਕਹਿਤਾ ਫੜ ਲਿਆ ਫੜ ਲਿਆ, ਇਹਨਾਂ ਨੇ ਵੀ ਕਿਹਾ ਹਾਂਜੀ ਦੇਖੋ ਜੀ ਅਸੀਂ ਫੜ ਲਿਆ ਜੀ, ਅਸੀਂ ਫੜ ਲਿਆ। ਤੇ ਮੈਂ ਉਹਨਾਂ ਨੂੰ ਕਿਹਾ ਸੀਗਾ, ਸਾਡੇ ਮਾਨਯੋਗ ਮੁੱਖ ਮੰਤਰੀ ਨੇ ਇਹੀ ਕਿਹਾ ਵੀ ਮੈਂ ਉਹਨਾਂ ਨੂੰ ਕਿਹਾ ਸੀਗਾ ਵਿਦੇਸ਼ੀ ਏਜੰਸੀਆਂ ਨੂੰ, ਵੀ ਉਹ ਇੰਟਰਪੋਲ ਵਾਲਿਆਂ ਨੂੰ ਮੈਂ ਕਿਹਾ ਸੀਗਾ ਫੜੋ। ਇਹਨਾਂ ਕੋਲੋਂ ਕੇਜਰੀਵਾਲ ਸਾਹਿਬ ਨੂੰ ਤਾਂ ਕੁਝ ਕਿਹਾ ਨਹੀਂ ਜਾਂਦਾ। ਉਹ ਇੰਟਰਪੋਲ ਨੂੰ ਕਹਿ ਸਕਦੇ ਆ, ਇੱਥੇ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਦੇ ਹੱਥ ਜਿਹੜੀ ਚਾਬੀ ਉਹਨਾਂ ਦੇ ਹੱਥ ਹੈ ਤੇ ਇੰਟਰਪੋਲ ਦੇ ਹੱਥ। ਫਿਰ ਉੱਥੇ ਤਾਂ ਸ਼ਾਮ ਨੂੰ 7 ਵਜੇ ਦੇ ਬਾਅਦ ਕਹਿੰਦੇ ਹੋਣੇ ਆ ਅੰਗਰੇਜ਼ੀ, ਤਾਂ ਫਿਰ ਬਿਲਕੁਲ ਬਿਲਕੁਲ ਇਹੀ ਬਿਲਕੁਲ ਤੁਹਾਡੀ ਗੱਲ ਸਹੀ ਆ। ਤੇ ਜਿਹੜੀ ਮੈਂ ਆਪਣੇ ਸੋਰਸਿਸ ਤੋਂ ਪਤਾ ਕੀਤਾ, ਜਿਹੜਾ ਹਾਈਵੇ ਸਟੇਟ ਪੈਟਰੋਲ ਜਿਹੜੀ ਆ ਉੱਥੇ ਕੈਲੀਫੋਰਨੀਆ ਦੀ ਆ, ਉਹਨਾਂ ਨੇ ਕਿਹਾ ਵੀ ਵੀ ਆਰ ਨਾਟ ਅਵੇਅਰ ਅਬਾਊਟ ਦਿਸ, ਸਾਨੂੰ ਨਹੀਂ ਪਤਾ ਹੈਗਾ ਵੀ ਇਸ ਨਾਂ ਦਾ ਬੰਦਾ ਅਸੀਂ ਡਿਟੇਨ ਕੀਤਾ ਜਾਂ ਨਹੀਂ ਕੀਤਾ, ਵੀ ਕਾਂਟ ਕਮੈਂਟ ਔਨ ਦਿਸ ਇਜ਼ ਨਾਟ ਆਫੀਸ਼ੀਅਲ। ਸੋ ਆਫੀਸ਼ੀਅਲੀ देयर इज नो ਕਨਫਰਮੇਸ਼ਨ ਕਿ ਵੈਦਰ ਹੀ ਵਾਸ ਡਿਟੇਨਡ অর ਨਾਟ, ਐਂਡ ਹੀ ਹਿਮਸੈਲਫ ਹੈਜ਼ ਕਮ ਟੂ ਮੀਡੀਆ ਐਂਡ ਕਲੇਮਡ ਕਿ ਮੈਨੂੰ ਤਾਂ ਫੜਿਆ ਨਹੀਂ ਆ, ਮੈਂ ਤਾਂ ਆਜ਼ਾਦ ਆ, ਮੈਂ ਤਾਂ ਇੰਡੀਪੈਂਡੈਂਟ ਆ। ਹੁਣ ਮਾਨਯੋਗ ਮੁੱਖ ਮੰਤਰੀ ਜੀ ਦੀ ਸੋਰਸ ਹੈ ਇਨਫੋਰਮੇਸ਼ਨ ਦਾ ਕੀ ਸੋਰਸ ਹੈ ਸਾਨੂੰ ਨਹੀਂ ਪਤਾ ਇਹਦੇ ਬਾਰੇ। ਵੀ ਮੇਰੇ ਹਿਸਾਬ ਨਾਲ ਅਜੇ ਤੱਕ ਕੁਝ ਵੀ ਨਾ ਤਾਂ CBI ਜਿਹੜੀ ਆ, ਇੰਟਰਪੋਲ ਦੀ ਜਿਹੜੀ ਮੈਂਬਰ ਆ, ਉਹਨਾਂ ਵੱਲੋਂ ਕੀ ਅਧਿਕਾਰਤ ਤੌਰ ਤੇ ਬਿਆਨ ਆਇਆ, ਨਾ ਤਾਂ ਇੰਟਰਪੋਲ ਤੋਂ ਬਿਆਨ ਆਇਆ। ਲੇਕਿਨ ਗੋਲਡੀ ਬਰਾੜ ਨੇ ਜ਼ਰੂਰ ਇੱਕ ਸੀਨੀਅਰ ਪੱਤਰਕਾਰ ਨੂੰ ਫੋਨ ਕਰਕੇ ਆਪਣੀ ਗੱਲ ਕਹੀ ਹੈ ਕਿ ਮੈਂ ਤਾਂ ਡਿਟੇਨ ਹੋਇਆ ਨਹੀਂ, ਮੈਂ ਤਾਂ ਯੂਰਪ ਘੁੰਮਦਾ ਪਿਆ। ਹਾਲਾਂਕਿ ਅਸੀਂ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ, ਪਰ ਫਿਰ ਵੀ ਉਹਨੇ ਤਾਂ ਆਪਣਾ ਬਿਆਨ ਦਿੱਤਾ ਹੈ। ਨਹੀਂ ਦੇਖੋ, ਅਧਿਕਾਰਤ ਤੌਰ ਤੇ ਕਿਸੇ ਵੀ ਏਜੰਸੀ ਤੋਂ ਨਹੀਂ ਆਇਆ ਸਿਵਾਏ ਮਾਨਯੋਗ ਮੁੱਖ ਮੰਤਰੀ ਜੀ ਦੇ ਬਿਆਨ ਤੋਂ ਬਿਨਾਂ, ਜਾਂ ਜਿਹੜੀ ਸਾਡੇ ਮੀਡੀਆ ਜਿਹੜੀ ਸੈਂਸੇਸ਼ਨਲ ਮੀਡੀਆ ਕਰਦਾ ਆ, ਫੜ ਲਿਆ ਬਿਨਾਂ ਕਿਸੇ ਉਹਦੇ ਤੋਂ ਇਨਫੋਰਮੇਸ਼ਨ ਤੋਂ। ਕਿਸੇ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਹਾਈਵੇ ਸਟੇਟ ਕੈਲੀਫੋਰਨੀਆ ਪੈਟਰੋਲ ਜਿਹੜੀ ਆ ਉਹਨਾਂ ਵੱਲੋਂ, ਜਾਂ ਉਹਨਾਂ ਦੀ ਜਿਹੜੀ ਕੋਈ ਫੈਡਰਲ ਪੁਲਿਸ ਆ ਉਹਨਾਂ ਵੱਲੋਂ, ਜਾਂ ਜਿਹੜੀ ਇੰਟਰਪੋਲ ਦੀ ਮੈਂਬਰ ਆ, ਕਿਉਂਕਿ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਹੈ ਤੇ ਇੰਟਰਪੋਲ ਵਿਲ ਕਮ ਟੂ ਦਾ ਮੀਡੀਆ ਕਿ ਹਾਂ ਅਸੀਂ ਬੰਦਾ ਜਿਹੜਾ ਇੰਡੀਆ 'ਚ ਵਾਂਟਡ ਆ, ਫਲਾਣੇ FIR ਦੇ ਅੰਡਰ ਸੈਕਸ਼ਨ ਆ, ਵਾਂਟਡ ਆ ਇਸ ਕੇਸ ਦੇ ਅੰਦਰ, ਅਸੀਂ ਉਹਨੂੰ ਡਿਟੇਨ ਕਰ ਲਿਆ ਐਂਡ ਵੀ ਆਰ ਹੈਂਡਿੰਗ ਓਵਰ ਦੈਟ ਪਰਸਨ ਟੂ ਇੰਡੀਅਨ ਗਵਰਨਮੈਂਟ, ਜਾਂ ਜਿਹੜੀ ਵੀ ਏਜੰਸੀ ਉਹਨੂੰ ਵਾਂਟਡ, ਜਿੱਥੇ ਵੀ ਵਾਂਟਡ ਆ ਉਹ। ਇਹੋ ਜਿਹਾ ਕੁਝ ਨਹੀਂ ਆਇਆ ਤੇ ਮੇਰੇ ਹਿਸਾਬ ਨਾਲ ਆਪਾਂ ਨੂੰ ਇਹ ਵਾਹ ਝੂਠੀ ਸੀ, ਇਹ ਸਭ ਝੂਠਾ ਹੀ ਹੈ। ਇਹ ਤਾਂ ਆਮ ਆਦਮੀ ਪਾਰਟੀ ਹੈ ਜੀ, ਇਹ ਤਾਂ ਕੁਝ ਵੀ ਕਰ ਸਕਦੇ ਆ। ਆਮ ਆਦਮੀ ਪਾਰਟੀ ਆ, ਆਮ ਸੋਚ ਦੀ ਪਾਰਟੀ ਆ। ਉਹ ਜੋ ਉਹਨਾਂ ਨੂੰ ਮੀਡੀਆ 'ਚੋਂ ਦੱਸਿਆ, ਉਹਨਾਂ ਨੇ ਆਪਣੇ ਰੌਲਾ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਤੁਸੀਂ ਦੇਖੋ, ਜਿਹੜੀ ਸਿੱਧੂ ਮੂਸੇਵਾਲੇ ਦੇ ਕਾਂਡ ਦੀ ਜਿਹੜੀ ਕਤਲ ਦੀ ਜਿਹੜੀ ਆ ਜਾਂਚ ਹੈ, ਜਿਹੜੀ ਆ ਹੁਣ ਤੱਕ ਜਿੰਨੀ ਵੀ ਇੰਪਰੂਵਮੈਂਟ ਹੋਈ ਆ ਜਾਂ ਜੋ ਵੀ ਡਿਵੈਲਪਮੈਂਟ ਹੋਈ ਆ, ਸਾਰੀ 99.9% ਹੈਜ਼ ਬੀਨ ਡਨ ਬਾਈ ਦਾ ਸਪੈਸ਼ਲ ਸੈੱਲ ਆਫ ਦਾ ਦਿੱਲੀ ਪੁਲਿਸ, ਨਾਟ ਬਾਈ ਦਾ ਪੰਜਾਬ ਪੁਲਿਸ। ਚਾਹੇ ਉਹ ਬੰਦੇ ਨੋਮੀਨੇਟ ਕਰਨੇ ਸੀ, 50 ਬੰਦੇ ਇਨਵੋਲਵ ਸੀਗੇ, ਚਾਹੇ ਉਹਨਾਂ ਦੀ ਅਰੈਸਟ ਹੈ, ਚਾਹੇ ਇੰਟਰਸਟੇਟ ਗੈਂਗਸ ਗਏ, ਕੋਈ ਪੂਨੇ ਤੋਂ ਫੜਿਆ, ਕੋਈ ਰਾਜਸਥਾਨ ਤੋਂ ਫੜਿਆ, ਕੋਈ ਨੇਪਾਲ ਦੇ ਬਾਰਡਰ ਤੋਂ ਫੜਿਆ, ਸਾਰੀਆਂ ਅਰੈਸਟ ਜਿਹੜੀਆਂ ਹੈਜ਼ ਬੀਨ ਡਨ ਬਾਈ ਦਾ ਦਿੱਲੀ ਪੁਲਿਸ ਸਪੈਸ਼ਲ ਸੈੱਲ। ਪੰਜਾਬ ਪੁਲਿਸ ਨੇ ਨਹੀਂ ਕੀਤੀਆਂ ਅਜੇ ਤੱਕ। ਇਹਨਾਂ ਨੇ ਇਹ ਵੀ ਲੱਗੇ ਹੋਏ ਆ ਕਿਉਂਕਿ ਲੋਕਾਂ ਦਾ ਦਬਾਅ ਆ ਇਹਨਾਂ ਤੇ, ਪਰ ਸਾਰਾ ਕੰਮ ਇਨਵੈਸਟੀਗੇਸ਼ਨ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਰ ਰਿਹਾ, ਜਿਹੜੀ ਵਿਚ ਕਮਸ ਅੰਡਰ ਹੈ ਸੈਂਟਰਲ ਗਵਰਨਮੈਂਟ ਹੋਮ ਮਿਨਿਸਟਰੀ ਦੇ ਅੰਦਰ। ਤੇ ਸਾਡੇ ਮੁੱਖ ਮੰਤਰੀ ਜੀ ਤਾਂ ਆਪਣੇ ਤਬੀਅਤ ਮੁਤਾਬਕ ਜਿੱਦਾਂ ਮੂਡ 'ਚ ਹੁੰਦੇ ਆ, ਭੰਗੜੇ ਪਾਉਣੇ ਸ਼ੁਰੂ ਕਰ ਦਿੰਦੇ ਆ, ਐਂ ਕਰਤਾ ਉਹ ਕਰਤਾ। ਅਜੇ ਤੱਕ ਹੋਇਆ ਕੁਝ ਨਹੀਂ ਉਸ ਲਾਈਨ ਦੇ ਵਿੱਚ ਜੀ। ਲੇਕਿਨ ਵੈਸੇ ਸਵਾਲ ਸਰਕਾਰ ਤੇ ਬਹੁਤ ਜ਼ਿਆਦਾ ਖੜੇ ਹੋ ਰਹੇ ਨੇ। ਬੇਸ਼ੱਕ ਆਪਣੀ ਉਹ ਪਿੱਠ ਬੇਸ਼ੱਕ ਉਹ ਥਾਪੜ ਰਹੇ ਨੇ ਵੀ 7 ਮਹੀਨਿਆਂ 'ਚ ਉਹ ਕੰਮ ਕਰਤਾ ਜੋ 70 ਸਾਲਾਂ 'ਚ ਨਹੀਂ ਹੋਇਆ। ਵਾਕਈ 70 ਸਾਲਾਂ 'ਚ ਕਦੇ ਵੀ ਮੈਨੂੰ ਨਹੀਂ ਲੱਗਦਾ ਸਿੱਧੂ ਮੂਸੇਵਾਲੇ ਕਿਸੇ ਇੱਦਾਂ ਦੇ ਕਿਸੇ ਸਿੰਗਰ ਦਾ ਕਤਲ ਵੀ ਹੋਇਆ ਹੋਣਾ। ਇਹ ਵਾਕਈ ਪਹਿਲੀ ਵਾਰੀ ਹੋਇਆ, 70 ਸਾਲਾਂ 'ਚ ਕਦੇ ਹੋਇਆ ਨਹੀਂ ਇੱਦਾਂ ਦਾ ਕੰਮ। ਸਾਡੇ ਨਾਲ ਗੱਲਬਾਤ ਕਰਨ ਲਈ ਭਾਜੀ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਠਾਕਰ ਜੀ ਸਾਰੇ। ਵੈਸੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਵੀ ਇਸ ਵੇਲੇ ਭੰਬਲ ਭੂਸੇ 'ਚ ਹੋਣੀ ਹੈ, ਕਿਉਂਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਹਟਾਈ ਜਾਂ ਘੱਟ ਕੀਤੀ, ਉਸ ਦਾ ਕਤਲ ਤਾਂ ਹੋ ਗਿਆ।
ਹੁਣ ਸੁਧੀਰ ਸੂਰੀ, ਪ੍ਰਦੀਪ ਡੇਰਾ ਪ੍ਰੇਮੀ ਜਿਹੜਾ ਹੈਗਾ ਹੈ, ਜਾਂ ਨਕੋਦਰ ਦਾ ਜੋ ਕਪੜਾ ਵਪਾਰੀ ਸੀ ਨੌਜਵਾਨ, ਉਹਨਾਂ ਦਾ ਕਤਲ ਤਾਂ ਵੀ ਹੋ ਗਿਆ, ਸੁਰੱਖਿਆ ਦੇ ਵਿੱਚ ਸੀ ਉਹ। ਹੁਣ ਪੰਜਾਬ ਸਰਕਾਰ ਭੰਬਲ ਭੁੱਸੇ 'ਚ ਹੈ, ਕਰੀਏ ਤੇ ਕਰੀਏ ਕੀ। ਪਰ ਪੰਜਾਬੀਆਂ ਨੂੰ ਜ਼ਰੂਰ ਇੱਥੇ ਮੈਂ ਇੱਕ ਅਪੀਲ ਕਰਾਂਗਾ ਵੀ ਤੁਸੀਂ ਆਪਣਾ ਧਿਆਨ ਖੁਦ ਰੱਖੋ। ਮੈਂ ਤਾਂ ਹੁਣ ਆਪ ਵੀ ਨਹੀਂ ਕਹਾਂਗਾ, ਕਿਉਂਕਿ ਆਪ ਫਿਰ ਕਹਿਣਗੇ ਸਰਕਾਰ ਦੀ ਗੱਲ ਕਰ ਰਿਹਾ। ਖੁਦ ਆਪਣਾ ਧਿਆਨ ਰੱਖੋ, ਕਿਉਂਕਿ ਕਿਸੇ ਹੋਰ ਦੇ ਜੇ ਭਰੋਸੇ ਰਹੋਗੇ ਤਾਂ ਹੋ ਸਕਦਾ ਹੈ ਕਿ ਕੱਲ੍ਹ ਨੂੰ ਕਿਸੇ ਹੋਰ ਦਾ ਨੁਕਸਾਨ ਨਾ ਹੋ ਜਾਵੇ। ਇਸ ਕਰਕੇ ਖੁਦ ਅਲਰਟ ਰਹੋ ਤੇ ਆਪਣੇ ਪੰਜਾਬ ਦੇ ਲਈ ਇਮਾਨਦਾਰ ਰਹੋ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।